रतन टाटा साहब ਤੁਹਾਨੂੰ ਸੋਚਣਾ ਪਊਗਾ ਵੀ ਤੁਸੀਂ ਕਿਹੜੀ 에ਅਰਲਾਈਨ ਖਰੀਦੀ ਹੈ। ਕੋਈ ਪੋਲਿਟਿਕਸ ਤਾਂ ਨਹੀਂ ਹੋ ਰਹੀ ਕਿਤੇ, ਕੋਈ ਜਿਹੜਾ ਤੁਸੀਂ ਨਵਾਂ ਸਟਾਫ ਰਿਕਰੂਟ ਕਰ ਰਹੇ ਹੋ ਜਾਂ ਜਿਹੜਾ ਪੁਰਾਣਾ ਸਟਾਫ ਹੈ ਕੋਈ ਲੌਬਿੰਗ ਤਾਂ ਨਹੀਂ ਹੈ, ਕੋਈ ਤੁਹਾਨੂੰ ਤਾਂ ਨਹੀਂ ਨੁਕਸਾਨ ਪਹੁੰਚਾਉਣਾ ਚਾਹ ਰਿਹਾ ਜਾਂ ਤੁਸੀਂ ਸਰਕਾਰ ਨੂੰ ਨੁਕਸਾਨ ਪਹੁੰਚਾਉਣਾ ਚਾਹ ਰਹੇ ਹੋ। ਜਿਹੜਾ ਸਾਡਾ ਵਿਸ਼ਵਾਸ 에ਅਰ ਇੰਡੀਆ ਤੇ ਬੜੇ ਲੰਮੇ ਸਮੇਂ ਤੋਂ ਬਣਿਆ ਸੀ। ਮੈਂ ਪਿਛਲੇ 30 ਸਾਲ ਤੋਂ ਕੈਨੇਡਾ 'ਚ ਰਹਿ ਰਿਹਾ ਔਰ ਇਹਦੇ ਦੌਰਾਨ ਮੈਂ 에ਅਰ ਇੰਡੀਆ ਦਾ ਫ੍ਰੀਕੁਐਂਟ ਫਲਾਇਰ ਵੀ ਹਾਂ। ਇਹਨਾਂ ਦਾ ਇੰਨਾ ਬੁਰਾ ਹਾਲ ਆ, ਜੇ ਇਹੋ ਹਾਲਤ ਰਹੀ ਤਾਂ ਮੈਨੂੰ ਨਹੀਂ ਉਮੀਦ ਕਿ ਆਉਣ ਵਾਲੇ ਸਮੇਂ ਦੇ ਵਿੱਚ 에ਅਰ ਇੰਡੀਆ ਦੇ ਵਿੱਚ ਲੋਕ ਸਫ਼ਰ ਕਰਨਾ ਜਿਹੜਾ ਉਹ ਪਸੰਦ ਕਰਨਗੇ। ਮੈਂ ਜਦੋਂ ਐਤਕੀ ਵਾਪਸ ਆਉਣਾ ਸੀ ਤੇ ਮੈਂ 28 ਨੂੰ ਵਾਪਸ ਆਉਣਾ, ਲੇਕਿਨ ਕੁਝ ਕਾਰਨਾਂ ਕਰਕੇ ਮੈਨੂੰ ਸੀਟ ਆਪਣੀ ਅੱਗੇ ਕਰਾਉਣੀ ਪਈ। 20,500 ਰੁਪਇਆ ਚਾਰਜ ਕੀਤਾ 에ਅਰਲਾਈਨ ਏਜੰਟ ਨੇ ਤੇ ਮੇਰੀ ਸੀਟ ਜਿਹੜੀ ਉਹ 10 ਦਿਨ ਲਈ ਅੱਗੇ ਕੀਤੀ। ਯਾਨੀ ਉਹ ਸੀਟ ਅੱਗੇ ਹੋ ਗਈ। ਜਦੋਂ ਮੈਂ 에ਅਰਪੋਰਟ 'ਤੇ ਆਇਆ ਤਾਂ ਮੈਨੂੰ ਇਹ ਸੀ ਵੀ 에ਅਰਪੋਰਟ 'ਤੇ ਜਾ ਕੇ ਮੈਂ ਇਹਨੂੰ ਅਪਗ੍ਰੇਡ ਕਰਵਾ ਲਾਂਗਾ। ਇੱਕ ਪਾਸੇ ਦੀ ਅਪਗ੍ਰੇਸ਼ਨ ਦਾ ਖਰਚਾ ਉਹਨਾਂ ਮੇਰੇ ਕੋਲ ਮੰਗਿਆ 93,000 ਰੁਪਈਆ, ਜਦੋਂ ਕਿ 에ਅਰਲਾਈਨ ਨੂੰ ਮੈਂ 40-50,000 ਰੁਪਈਆ ਦੇਣ ਨੂੰ ਤਿਆਰ ਸੀ ਕਿ ਮੇਰੀ ਸੀਟ ਅਪਗ੍ਰੇਡ ਹੋ ਜਾਏ, ਮੈਂ ਆਰਾਮ ਨਾਲ ਸੌਂ ਕੇ ਜਾਵਾਂ। ਲੇਕਿਨ ਕਿਸੇ ਕਾਰਨ ਬਸ ਉਹ ਨਹੀਂ ਹੋ ਸਕੀ। ਫਿਰ ਮੈਂ ਕਿਹਾ ਤੁਸੀਂ ਇਸ ਤਰ੍ਹਾਂ ਕਰੋ, ਜੇ ਅਗਰ ਮੇਰੀ ਸੀਟ ਅਪਗ੍ਰੇਡ ਨਹੀਂ ਹੁੰਦੀ ਤਾਂ ਮੈਨੂੰ ਐਕਸਟਰਾ ਲੈਗ ਸੀਟ ਦੇ ਦਿਓ। ਉਹਦਾ ਉਹਨਾਂ ਨੇ ਮੇਰੇ ਖਿਆਲ 9500 ਜਾਂ 10,500 ਰੁਪਈਆ ਹੋਰ ਮੰਗਿਆ, ਮੈਂ ਉਹ ਵੀ ਦੇ ਦਿੱਤਾ। ਜਦੋਂ ਮੈਂ ਜਾ ਕੇ ਉਹ ਸੀਟ 'ਤੇ ਬੈਠਾ, ਉਹਦਾ ਟੀਵੀ ਔਨ ਕਰਨ ਦੀ ਕੋਸ਼ਿਸ਼ ਕੀਤੀ, ਉਹਦਾ ਟੀਵੀ ਔਨ ਹੁੰਦਾ ਹੀ ਨਹੀਂ। ਮੈਂ ਬਟਨ ਦਬਾਇਆ 에ਅਰ ਸਥਾਈ, ਮੈਂ ਕਿਹਾ ਵੀ ਬੀਬੀ ਆ ਮੇਰਾ ਟੀਵੀ 'ਤੇ ਚਲਾ ਦਿਓ। ਕਹਿੰਦੇ ਜੀ ਇਹ ਟੈਕਨੀਕਲ ਪ੍ਰੋਬਲਮ ਹੈ। ਕਿ 9 ਘੰਟੇ ਦੇ ਵਿੱਚ ਉਹਨਾਂ ਨੇ ਖਾਣ ਲਈ ਕੁਝ ਨਹੀਂ ਦਿੱਤਾ। ਇਹ ਰਿਕਾਰਡ ਆ 10 ਜੂਨ ਸਵੇਰੇ ਜਿਹੜੀ ਫਲਾਈਟ ਚੱਲੀ ਹੈ 에ਅਰ ਇੰਡੀਆ ਦੀ, ਉਹਦੇ ਵਿੱਚ ਕਿਸੇ ਸਵਾਰੀ ਨੂੰ ਫੋਨ ਕਰਕੇ ਪੁੱਛ ਲਓ, ਜਿਹੜਾ ਰਿਕਾਰਡ ਹੈ ਇਹਨਾਂ ਕੋਲ 에ਅਰ ਇੰਡੀਆ ਕੋਲ, ਇਹਨਾਂ ਕੋਲ ਸਾਰਿਆਂ ਦੇ ਫੋਨ ਨੰਬਰ ਨੇ, ਸਾਰਿਆਂ ਦੀਆਂ ਈਮੇਲ ਨੇ, ਸਾਰਿਆਂ ਦੇ ਕੰਟੈਕਟ ਬੇਸ ਨੇ, ਇਹਨਾਂ ਕੋਲ ਬਕਾਇਦਾ ਏਜੰਟ ਕੋਲ ਵੀ ਹੋਣਗੇ, ਉਹਨਾਂ ਕੋਲ ਵੀ ਹੋਣਗੇ। ਉਹ ਕਿਤੋਂ ਪੁੱਛ ਲਓ ਕਿ 9 ਘੰਟੇ ਜੇ ਕੋਈ ਚੀਜ਼ ਖਾਣ ਨੂੰ ਮਿਲੀ ਹੋਵੇ। ਜਿਹੜਾ 9 ਘੰਟੇ ਬਾਅਦ ਫੂਡ ਦਿੱਤਾ ਗਿਆ ਉਹ ਬਿਲਕੁਲ ਠੰਡਾ। ਜਾਣ ਲੱਗਿਆ ਮੈਂ ਰੋ ਧੋ ਕੇ ਆਪਣਾ ਟਾਈਮ ਕੱਢ ਲਿਆ, ਲੇਕਿਨ ਜਿਹੜਾ ਆਉਣ ਲੱਗਿਆ ਮੇਰਾ ਐਕਸਪੀਰੀਅੰਸ ਹੋਇਆ ਉਹ ਬਹੁਤ ਹੀ ਬੁਰਾ ਹੋਇਆ। ਮੈਂ ਨਾ ਜਾ ਕੇ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੈਨੂੰ ਇੱਕ ਡਾਈਟ ਕੋਕ ਚਾਹੀਦਾ, ਡਾਈਟ ਕੋਕ ਜਾਂ ਡਾਈਟ ਪੈਪਸੀ, ਕੋਈ ਵੀ ਜਿਹੜਾ ਤੁਹਾਡੇ ਕੋਲ ਅਵੇਲੇਬਲ ਹੈ। ਉਹ ਬੰਦਾ ਮੈਨੂੰ ਇਹ ਹੋਸਟੈਸ ਜਿਹੜੀ ਲੇਡੀ ਨਹੀਂ ਸੀ, ਲੇਡਾ ਸੀ ਬੰਦਾ, ਆਦਮੀ ਸੀ, ਔਰ ਉਹਦਾ ਬਿਹੇਵ ਐਡਾ ਭੈੜਾ ਸੀ। ਤਾਂ ਲਫ਼ਜ਼ ਮੈਂ ਲੇਡਾ ਵਰਤ ਰਿਹਾ ਉਹਦੇ ਲਈ। ਉਹਦਾ ਬਿਹੇਵ ਐਡਾ ਭੈੜਾ, ਕਹਿੰਦਾ ਜੀ ਬਾਹਰ ਖਲੋ, ਬਾਹਰ ਖਲੋ, ਪਿੱਛੇ ਬਾਹਰ ਨਿਕਲੋ, ਬਾਹਰ ਨਿਕਲੋ। ਮੈਂ ਕਿਹਾ ਮੈਨੂੰ ਕੋਈ ਛੂਤ ਦੀ ਬਿਮਾਰੀ ਹੈ ਜਾਂ ਮੈਨੂੰ ਕੋਵਿਡ ਹੋਇਆ ਤੈਨੂੰ ਲੱਗਦਾ, ਜਿਹੜਾ ਤੇਰੇ ਅੰਦਰ ਇੱਥੇ ਆਉਣ ਨਾਲ ਤੈਨੂੰ ਹੋ ਜਾਏਗਾ ਜਾਂ ਕਿਸੇ ਹੋਰ ਨੂੰ ਬਿਮਾਰੀ ਲੱਗ ਜਾਏਗੀ, ਜਾਂ ਮੈਂ ਕੋਈ ਛੂਤ ਹੈਗਾ, ਛੂਤਰ ਆ, ਤੂੰ ਮੇਰੇ ਨਾਲ ਕਮ ਸੇ ਕਮ ਬੋਲ ਤੇ ਤਹਿਜ਼ੀਬ ਨਾਲ। ਮੈਂ ਕਿਹਾ ਮੈਂ 에ਅਰਲਾਈਨ ਦਾ ਕਿਰਾਇਆ ਦਿੱਤਾ, ਇਸ ਕਿਰਾਏ 'ਚੋਂ ਤੈਨੂੰ ਤਨਖਾਹ ਮਿਲਦੀ ਹੈ, ਔਰ ਜਿੰਨੇ ਵੀ ਇੱਥੇ ਬੈਠੇ ਆ ਇਹ ਸਰਵਿਸ ਵਾਸਤੇ ਤੁਸੀਂ ਬੈਠੇ ਹੋ ਸਾਡੀ। ਜੇ ਤੁਸੀਂ ਸਰਵਿਸ ਨਹੀਂ ਦਿਓਗੇ ਤਾਂ ਕਿੱਦਾਂ ਚੱਲੂਗੀ 에ਅਰਲਾਈਨ। ਉਹ ਕਹਿੰਦਾ ਜੀ ਸਾਡੇ ਕੋਲ ਹੈ ਹੀ ਨਹੀਂ। ਤੁਸੀਂ ਇਹ ਦੱਸੋ ਪਹਿਲਾਂ ਵੀ 에ਅਰਲਾਈਨ ਕੋਲ ਠੰਡਾ ਕੋਕ ਪੀਣ ਲਈ ਹੋਏਗਾ ਕਿ ਨਹੀਂ ਹੋਏਗਾ ਜੇ ਕੋਈ ਮੰਗੇ ਤਾਂ। ਉਹ ਕਹਿੰਦੇ ਹੈ ਨਹੀਂ। ਹੁਣ ਤੁਸੀਂ ਅੰਦਾਜ਼ਾ ਲਾਓ, ਜਿਨ੍ਹਾਂ ਨੂੰ 9 ਘੰਟੇ ਕੁਝ ਨਹੀਂ ਮਿਲਿਆ, 9 ਘੰਟੇ ਬਾਅਦ ਠੰਡਾ ਫੂਡ ਮਿਲਿਆ, ਜੇ ਕੋਈ ਚੀਜ਼ ਉਹ ਅੰਦਰੋਂ ਮੰਗਣ ਜਾਂਦੇ ਆ ਤਾਂ ਉਹਨਾਂ ਦਾ ਬਿਹੇਵ ਐਡਾ ਭੈੜਾ ਕਿ ਬਾਹਰ ਨਿਕਲ ਜਾਓ ਇੱਥੋਂ। ਵੀ ਜਿੰਨਾ ਮਿਸਬਿਹੇਵ ਅਤੇ ਜਿੰਨਾ ਮਿਸਕੰਡਕਟ ਇਸ 에ਅਰਲਾਈਨ ਦੇ ਵਿੱਚ ਬਿਜ਼ਨਸ ਕਲਾਸ ਤੋਂ ਇਲਾਵਾ ਇਸ ਇਕੋਨੋਮੀ ਕਲਾਸ ਕੀਤਾ ਜਾਂਦਾ ਲੋਕਾਂ ਦੇ ਨਾਲ, ਦੈਟਸ ਅ ਵੈਰੀ ਬੈਡ। 에ਅਰ ਕੈਨੇਡਾ ਦੇ ਵਿੱਚ ਵੀ ਸਾਡੇ ਪੰਜਾਬੀ ਲੋਕ ਜਾਂਦੇ ਆ, ਪੂਰਾ ਜਹਾਜ਼ ਜਿਹੜਾ ਉਹ 'ਚ 80 ਤੋਂ 90% ਲੋਕ ਜਿਹੜੇ ਆ ਇੰਡੀਅਨ ਹੁੰਦੇ ਆ, ਜਿਹੜੇ ਉਹਦੇ 'ਚ ਬਹਿ ਕੇ ਜਾਂਦੇ ਆ। ਔਰ ਉਸ ਤੋਂ ਬਾਅਦ ਉੱਥੇ ਜੋ ਜਾਂਦੇ ਆ ਉਹ ਬਕਾਇਦਾ ਵਾਸ਼ਰੂਮ ਵੀ ਉਹੀ ਹੁੰਦੇ ਆ, ਉਹ ਲੋਕ ਯੂਜ਼ ਕਰਦੇ ਆ। ਸਿਰਫ ਇਹ ਆ ਕਿ ਉਹ ਜਿਹੜੇ ਡਿਊਟੀ 'ਤੇ ਹੈਗੇ ਆ 에ਅਰ ਹੋਸਟੈਸ ਜਾਂ ਕੋਈ ਹੋਰ ਜਿਹੜੇ ਡਿਊਟੀ 'ਤੇ ਆ, ਉਹਨਾਂ ਨੂੰ ਨਾਲੋਂ ਨਾਲ ਕਲੀਨ ਕਰਦੇ ਆ। ਇਹ ਤਾਂ ਕਲੀਨ ਹੀ ਨਹੀਂ ਕਰਦੇ। ਇਹ ਤਾਂ ਇੰਨੇ ਗੰਦੇ ਵਾਸ਼ਰੂਮ ਹੈ ਕਿ ਮੈਨੂੰ ਹੈਰਾਨਗੀ ਦੀ ਗੱਲ ਹੈ ਕਿ ਇਹਨਾਂ ਨੂੰ ਜਾਂ ਤਾਂ ਇਹਨਾਂ ਦੇ ਆਪਣੇ ਘਰਾਂ 'ਚ ਵੀ ਇੱਦਾਂ ਦੇ ਗੰਦੇ ਵਾਸ਼ਰੂਮ ਨੇ, ਜਾਂ ਇਹ ਉੱਥੇ ਘਰਾਂ 'ਚ ਵੀ ਇੱਦਾਂ ਦੇ ਗੰਦੇ ਵਾਸ਼ਰੂਮ ਯੂਜ਼ ਕਰਦੇ ਆ, ਅਤੇ ਇਹਨਾਂ ਨੂੰ ਪਤਾ ਹੀ ਨਹੀਂ ਕਿ ਵਾਸ਼ਰੂਮ ਕੀ। ਇਹ ਸਾਡਾ ਜੀਅ ਕਰਦਾ ਕਿ ਅਸੀਂ ਵੱਖ-ਵੱਖ 에ਅਰਲਾਈਨਾਂ ਜਾਈਏ, ਵੱਖ-ਵੱਖ ਐਕਸਪੀਰੀਅੰਸ ਵੇਖੀਏ, ਲੋਕਾਂ ਨੂੰ ਦਸੀਏ ਕਿ ਤੁਸੀਂ ਇਹ 'ਚ ਜਾਓ ਜਾਂ ਨਾ ਜਾਓ। ਸਾਈਂ ਕਿਹੜਾ ਕਿਸੇ ਕੋਲ ਐਡ ਮੰਗਦੇ, ਸਾਨੂੰ ਤਾਂ ਆਪਣਾ ਹੀ ਆ ਵੀ ਅਸੀਂ ਜਾਈਏ ਆਪਣੇ ਪਿੰਡ, ਆਪਣੇ ਘਰ ਜਾਈਏ ਅਤੇ ਸਾਨੂੰ ਵਧੀਆ ਸੇਵਾਵਾਂ ਮਿਲਣ। ਸਾਡਾ ਫਰਜ਼ ਸਿਰਫ ਇਹੋ ਹੀ ਆ, ਇਹਦੀ ਸਿਸਟਮ ਨੂੰ ਸੁਧਾਰ ਕਰਨਾ, ਇਹਦੇ ਕਿਸੇ ਤਰ੍ਹਾਂ ਵੀ ਹੋਵੇ।
ਸੋ ਦੋਸਤੋ, ਅੱਜ ਇੱਕ ਬਹੁਤ ਹੀ ਅਹਿਮ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਹਾਂ। ਬੜੇ ਚਿਰ ਬਾਅਦ ਤੁਹਾਡੇ ਰੂਬਰੂ ਹੋ ਰਹੇ ਹਾਂ। ਪ੍ਰੋਗਰਾਮ ਹੈ ਜੀ ਉਡਾਰੀ ਪ੍ਰਦੇਸ਼ ਦੀ। ਜਿਨ੍ਹਾਂ ਨੇ ਪ੍ਰਦੇਸ਼ ਦੀ ਉਡਾਰੀ ਲਾਈ ਹੈ ਉਹਨਾਂ ਨੂੰ ਜਹਾਜ਼ ਦੇ ਵਿੱਚ ਸਫ਼ਰ ਕਰਨਾ ਪੈਂਦਾ ਹੈ, ਤੇ ਜਦੋਂ ਸਫ਼ਰ ਕਰਦੇ ਹਾਂ ਅਸੀਂ ਤਾਂ ਸਾਡੀ ਸਭ ਤੋਂ ਪਹਿਲੀ ਚੋਇਸ ਹੁੰਦੀ ਹੈ ਕਿ ਡਾਇਰੈਕਟ ਫਲਾਈਟ ਹੋਵੇ ਤੇ ਖਾਸ ਕਰਕੇ ਸਾਡੇ ਆਪਣੇ ਮੁਲਕ ਦੀ, ਆਪਣੇ ਦੇਸ਼ ਦੀ ਫਲਾਈਟ ਹੋਵੇ ਤਾਂ ਸਾਨੂੰ ਬਹੁਤ ਅੱਛਾ ਲੱਗਦਾ ਹੈ। ਪਰ ਕੁਝ ਐਕਸਪੀਰੀਐਂਸਿਸ, ਬਹੁਤ ਸਾਰੇ ਪੈਸੇਂਜਰਸ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ ਕਿ ਜਦੋਂ ਅਸੀਂ ਭਾਰਤ ਦੇ ਵਿੱਚ ਸਫ਼ਰ ਕਰਦੇ ਹਾਂ, ਖਾਸ ਕਰ ਟੋਰਾਂਟੋ ਤੋਂ ਜਿਹੜੀ ਅਸੀਂ ਫਲਾਈਟ ਲੈਂਦੇ ਹਾਂ ਤਾਂ ਉਹਦੇ 'ਚ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਜੀ। ਉਹਨਾਂ ਬਾਰੇ ਜ਼ਿਕਰ ਕਰਾਂਗੇ। ਮੇਰੇ ਨਾਲ ਜਗਬਾਣੀ ਦੇ ਪ੍ਰਤੀਨਿਧ ਤੇ ਬਹੁਤ ਹੀ ਐਮੀਨੈਂਟ ਸੋਸ਼ਲ ਵਰਕਰ ਸਰਦਾਰ ਕਮਲਜੀਤ ਸਿੰਘ ਹੋਣੀ ਮੌਜੂਦ ਨੇ। ਹਾਲਾਂਕਿ ਮੈਂ ਪਿਛਲੇ ਸਾਲ ਸਫ਼ਰ ਕੀਤਾ ਸੀ, ਉਹਦੇ ਬਾਰੇ ਵੀ ਜ਼ਿਕਰ ਕਰਾਂਗੇ, ਮੇਰਾ ਕੀ ਐਕਸਪੀਰੀਅੰਸ ਹੈ। ਪਰ ਇਹ ਤਾਜ਼ੇ ਆਏ ਆ ਇੰਡੀਆ ਤੋਂ ਹਜੇ, ਤੇ 에ਅਰ ਇੰਡੀਆ ਦੀ ਫਲਾਈਟ ਸੀ, ਉਹਦੇ ਬਾਰੇ ਚਰਚਾ ਕਰਾਂਗੇ। ਕਮਲਜੀਤ ਜੀ, ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਟੂਡੀਓ 'ਚ ਆ ਕੇ ਮੇਰੀ ਇੰਟਰਵਿਊ ਲੈਣ ਦਾ। ਸੋ ਕਮਲਜੀਤ ਜੀ, ਤੁਸੀਂ D5 ਚੈਨਲ ਪੰਜਾਬੀ ਤੇ ਵਤਨੋਂ ਪਾਰ TV ਦੋਨਾਂ ਦੇ ਉੱਤੇ ਇਸ ਪ੍ਰੋਗਰਾਮ ਦੇ ਥਰੂ ਲਾਈਵ ਹੋ। ਬਹੁਤ ਮਿਹਰਬਾਨੀ ਤੁਹਾਡੀ ਜੀ। ਤੁਸੀਂ ਇਹ ਦੱਸੋ ਸਾਨੂੰ ਕਿ ਤੁਸੀਂ ਭਾਰਤ ਜਾ ਕੇ ਆਏ ਹੋ ਜੀ। ਹਰ ਸਾਲ ਤੁਸੀਂ 2 ਵਾਰ ਤਾਂ ਜਾਂਦੇ ਹੀ ਹੋ, ਜਿੰਨਾ ਕੁ ਮੈਂ ਤੁਹਾਨੂੰ ਪਿਛਲੇ 1.5 ਸਾਲ ਤੋਂ ਮਿਲਿਆ ਵਿਚਰਿਆ। ਕਿਹੜੇ 에ਅਰਲਾਈਨਸ ਤੁਸੀਂ ਅੱਜ ਤੱਕ ਸਫ਼ਰ ਕੀਤਾ ਆ? ਮੈਂ ਮੋਸਟਲੀ ਜੀ ਜਾਂ ਤਾਂ 에ਅਰ ਕੈਨੇਡਾ ਜਾਣਾ ਤੇ ਜਾਂ 에ਅਰ ਇੰਡੀਆ। ਅਸਲ ਦੇ ਵਿੱਚ 에ਅਰ ਇੰਡੀਆ ਮੇਰੀ ਪਹਿਲੀ ਚੋਇਸ ਇਸ ਕਰਕੇ ਹੁੰਦੀ ਹੈ ਕਿ ਮੈਂ ਮਹਿਸੂਸ ਕਰਦਾ ਕਿ ਉਹ ਮੇਰੇ ਮੁਲਕ ਦੀ 에ਅਰਲਾਈਨ ਹੈ ਔਰ ਬਹੁਤ ਵਧੀਆ 에ਅਰਲਾਈਨ ਹੈ। ਲੇਕਿਨ ਜਦੋਂ ਦਾ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ 에ਅਰ ਇੰਡੀਆ ਦੇ ਵਿੱਚ ਸੁਧਾਰ ਹੋਣ ਦੀ ਬਜਾਏ ਦਿਨੋਂ ਦਿਨ ਨਿਘਾਰ ਆਇਆ। ਉਹਦੇ ਕਈ ਕਾਰਨ ਹੋ ਸਕਦੇ ਆ। ਐਡਮਿਨਿਸਟ੍ਰੇਸ਼ਨ ਦੀਆਂ ਗਲਤੀਆਂ ਵੀ ਹੋ ਸਕਦੀਆਂ, ਥੱਲੇ ਕੰਮ ਕਰਨ ਵਾਲਿਆਂ ਦੀਆਂ ਵੀ ਗਲਤੀਆਂ ਹੋ ਸਕਦੀਆਂ। ਲੇਕਿਨ ਇਹ ਹੈ ਕਿ ਜਿਹੜਾ ਸਾਡਾ ਵਿਸ਼ਵਾਸ 에ਅਰ ਇੰਡੀਆ 'ਤੇ ਬੜੇ ਲੰਮੇ ਸਮੇਂ ਤੋਂ ਬਣਿਆ ਸੀ। ਮੈਂ ਪਿਛਲੇ 30 ਸਾਲ ਤੋਂ ਕੈਨੇਡਾ 'ਚ ਰਹਿ ਰਿਹਾ ਔਰ ਇਹਦੇ ਦੌਰਾਨ ਮੈਂ 에ਅਰ ਇੰਡੀਆ ਦਾ ਫਰੀਕੁਐਂਟ ਫਲਾਇਰ ਵੀ ਹਾਂ। ਔਰ ਪਹਿਲਾਂ ਫਲਾਈਟ ਜਿਹੜੀ ਸਿੱਧੀ ਇੱਥੋਂ ਬਰਮਿੰਘਮ ਰਾਹੀਂ ਅੰਮ੍ਰਿਤਸਰ ਜਾਂਦੀ ਸੀ, ਫਿਰ ਬਾਅਦ ਸਿੱਧੀ ਬਿਲਕੁਲ ਡਾਇਰੈਕਟ ਫਲਾਈਟ ਵੀ ਜਾਣ ਲੱਗ ਪਈ। ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਇਹਦੇ ਨਾਲ। ਪਰ ਹੁਣ ਕੁਝ ਚਿਰ ਤੋਂ ਇਹਨਾਂ ਦਾ ਇੰਨਾ ਬੁਰਾ ਹਾਲ ਆ, ਜਿਹਦੇ ਬਾਰੇ ਆਪਾਂ ਅੱਗੇ ਜਾ ਕੇ ਇਸ ਗੱਲਬਾਤ ਦੇ ਵਿੱਚ ਪੂਰਾ ਜ਼ਿਕਰ ਕਰਾਂਗੇ ਕਿ ਕਿਸ ਤਰੀਕ ਨੂੰ ਮੈਂ ਆਇਆ ਤੇ ਕੀ ਮੈਨੂੰ ਮਜਬੂਰੀਆਂ, ਕੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਮੋਸਟਲੀ ਮੈਂ ਸਫ਼ਰ ਇਹਦੇ 'ਚ ਕੀਤਾ ਬਿਜ਼ਨਸ ਕਲਾਸ ਦੇ ਵਿੱਚ, ਔਰ ਬਿਜ਼ਨਸ ਦੇ ਵਿੱਚ ਸ਼ਾਇਦ ਉਹ ਪੈਸੇ ਦੂਣੇ ਤੀਣੇ ਲੈ ਕੇ ਵਾਕਈ ਸੇਵਾ ਸੁਵਾ ਪੂਰੀ ਕਰਦੇ ਆ ਜੀ। ਪਰ ਇਸ ਵਾਰ ਕੀ ਹੋਇਆ ਕਿ ਜਦੋਂ ਮੈਂ ਇਸ ਵਾਰ ਗਿਆ 28 ਅਪ੍ਰੈਲ ਨੂੰ, ਤੇ ਮੈਨੂੰ ਬਿਜ਼ਨਸ ਕਲਾਸ ਦੀ ਨਾ ਤੇ ਇਹ ਸੀਟ ਸੀ ਅਵੇਲੇਬਲ, ਸੀਟ ਉਹਨਾਂ ਨੇ ਕਹੀ ਨਹੀਂ ਹੈਗੀ। ਪਤਾ ਨਹੀਂ ਉਹਨਾਂ ਕੋਲ ਆਉਣ ਦੀ ਸੀਟ ਨਹੀਂ ਸੀ ਮੇਰੀ ਜਾਂ ਜਾਣ ਦੀ ਸੀਟ ਨਹੀਂ ਸੀ। ਪਰ ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਮੈਂ ਪਲੇਨ 'ਚ ਬੈਠਾ ਤੇ ਜਾ ਕੇ ਵੇਖਿਆ ਕਿ ਉੱਥੇ ਕਈ ਸੀਟਾਂ ਜਿਹੜੀਆਂ ਖਾਲੀ ਸੀਗੀਆਂ ਬਿਜ਼ਨਸ ਕਲਾਸ, ਉਹ ਮੈਨੂੰ ਕਿਉਂ ਨਹੀਂ ਦਿੱਤੀਆਂ ਗਈਆਂ ਮੈਨੂੰ ਨਹੀਂ ਕਾਰਨ ਪਤਾ। ਵਾਪਸੀ 'ਤੇ ਜਦੋਂ ਮੈਂ ਆਉਣਾ ਸੀਗਾ, ਜਾਣ ਲੱਗਿਆ ਮੈਂ ਰੋ ਧੋ ਕੇ ਆਪਣਾ ਟਾਈਮ ਕੱਢ ਲਿਆ। ਲੇਕਿਨ ਜਿਹੜਾ ਆਉਣ ਲੱਗਿਆ ਮੇਰਾ ਐਕਸਪੀਰੀਅੰਸ ਹੋਇਆ ਉਹ ਬਹੁਤ ਹੀ ਬੁਰਾ ਹੋਇਆ, ਜਿਹਦੇ ਬਾਰੇ ਆਪਾਂ ਅੱਗੇ ਚੱਲ ਕੇ ਸਵਾਲ ਜਵਾਬ ਵਿੱਚ ਜ਼ਿਕਰ ਜ਼ਰੂਰ ਕਰਾਂਗੇ ਜੀ। ਸੋ ਦੋਸਤੋ, ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜੀ 2022 ਦੇ ਵਿੱਚ ਮੈਂ ਵੀ ਆਪਣੀ ਬੱਚੀ ਦੇ ਨਾਲ ਇੰਡੀਆ ਗਿਆ। ਤੇ ਕਿਉਂਕਿ ਮੈਂ ਕਈ ਤਰ੍ਹਾਂ ਦੀ 에ਅਰਲਾਈਨਸ ਦੇ ਵਿੱਚ ਸਫ਼ਰ ਕੀਤਾ ਹੋਇਆ ਆ ਪਿਛਲੇ 12-13 ਸਾਲਾਂ ਤੋਂ। ਕਈ ਤਰ੍ਹਾਂ ਦੀਆਂ ਫਲਾਈਟਸ ਲਈਆਂ ਨੇ, ਜਿਹਦੇ ਵਿੱਚ ਇਤਿਹਾਦ ਹੋ ਗਿਆ, ਲੁਫਥਾਂਸਾ ਹੋ ਗਿਆ, 에ਅਰ ਇੰਡੀਆ ਹੋ ਗਿਆ, ਜਾਂ ਹੋਰ ਵੀ ਕਈ ਜਿਹੜੀਆਂ ਹੁਣ ਮੈਨੂੰ ਯਾਦ ਨਹੀਂ ਹੈਗੀਆਂ ਫਲਾਈਟਸ ਦੇ ਨਾਮ ਕਈਆਂ ਦੇ, ਕਿਉਂਕਿ ਕਈ ਮੁਲਕਾਂ ਦੇ ਵਿੱਚ ਸਫ਼ਰ ਕਰਨਾ ਪਿਆ। ਤੇ ਇਸੇ ਦੇ ਚੱਲਦੇ ਆ ਜਦੋਂ ਪਿਛਲੇ ਸਾਲ ਮੈਂ ਗਿਆ ਆ ਦੁਸਹਿਰੇ ਦੇ ਨਜ਼ਦੀਕ ਇੰਡੀਆ, ਤਾਂ ਮੈਨੂੰ ਲੱਗਿਆ ਕਿ 에ਅਰ ਇੰਡੀਆ ਨੇ ਪਿੱਛੇ ਜਿਹੀ ਪ੍ਰਾਈਵੇਟ ਕੀਤੀ ਹੈ ਜੀ 에ਅਰਲਾਈਨ ਸਾਰੀ, ਤੇ ਮੈਨੂੰ ਲੱਗਿਆ ਕਿ ਹੁਣ ਤਾਂ ਬਹੁਤ ਸਰਵਿਸ ਹੋਊਗੀ, ਕਿਉਂਕਿ ਕਹਿੰਦੇ ਸੀ ਸਰਕਾਰੀ 에ਅਰਲਾਈਨ ਆ ਜੀ, ਦੋਸ਼ ਦਿੰਦੇ ਸੀਗੇ, ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੀ। ਪਰ ਹੁਣ ਇਹ ਲੱਗਦਾ ਆ ਕਿ ਸਰਕਾਰੀ ਫਲਾਈਟ ਜ਼ਿਆਦਾ ਵਧੀਆ ਸੀਗੀ ਇਹਨਾਂ 에ਅਰ ਬੱਸਾਂ ਨਾਲੋਂ ਜਿਹੜੀਆਂ ਹੁਣ ਚੱਲ ਰਹੀਆਂ ਨੇ। ਖਾਸ ਕਰ ਮੈਂ ਜ਼ਿਕਰ ਦੁਬਾਰਾ ਦੱਸਦਾ ਕਿ ਟੋਰਾਂਟੋ ਤੋਂ ਨਿਊ ਦਿੱਲੀ ਜਿਹੜੀ ਫਲਾਈਟ ਹੈ, ਇਹ ਮੇਰਾ ਪਿਛਲੇ ਸਾਲ ਦਾ ਤਜਰਬਾ ਆ, ਇਸ ਸਾਲ ਦਾ ਕਮਲਜੀਤ ਸਿੰਘ ਹੋਣਾ ਦਾ ਤਜਰਬਾ ਆ। ਤੇ ਇਹਦੇ 'ਚ ਸੁਧਾਰ ਕਿਉਂ ਨਹੀਂ ਹੋ ਰਿਹਾ, ਕਿਉਂ ਨਿਘਾਰ ਹੁੰਦਾ ਜਾ ਰਿਹਾ, ਇਹਦੇ ਬਾਰੇ ਆਪਾਂ ਜ਼ਰੂਰ ਤੁਹਾਡੀ ਸਾਰਿਆਂ ਦੀ ਰਾਏ ਜਾਣਾਂਗੇ। ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾਂ ਈਮੇਲਸ ਦੇ ਥਰੂ ਜਾਂ ਸਾਨੂੰ ਮੈਸੇजेस ਦੇ ਥਰੂ ਜ਼ਰੂਰ ਦੱਸਿਓ ਕਿ ਕਿਉਂ ਇੰਨਾ ਮਾੜਾ ਹਾਲ ਹੋ ਚੁੱਕਿਆ ਆ। ਸੀਟਾਂ ਦੀਆਂ ਬਾਹਾਂ, ਆਰਮਰੈਸਟ ਜਿਹਨੂੰ ਅਸੀਂ ਕਹਿੰਦੇ ਆ ਜੀ, ਟੁੱਟੀਆਂ ਹੋਈਆਂ ਨੇ। ਸਕਰੀਨਸ
ਕਈ ਨਹੀਂ ਚੱਲਦੀਆਂ ਜੀ। ਜੇ ਆ ਨਾਲ ਦੀ ਸਕਰੀਨ ਚੱਲਦੀ ਆ ਉਹਦੇ ਤੇ ਇੱਕ ਫਿਲਮ ਚੱਲ ਜਾਊਗੀ ਤੇ ਦੂਜੀ ਸਕਰੀਨ ਤੇ ਜੇ ਕੋਈ ਕਹੂਗਾ ਜੀ ਮੈਂ ਆਹ ਦੇਖਣੀ ਆ, ਉਹ ਕਹਿਣਗੇ ਨਹੀਂ ਤੁਹਾਡੇ ਵਾਲੇ ਤੇ ਤਾਂ ਇਕੱਲੇ ਮੈਪ ਹੀ ਚੱਲ ਰਹੇ ਆ। ਤੇ ਜੇ ਤੁਸੀਂ ਬਾਰ-ਬਾਰ 에ਅਰ ਹੋਸਟੈਸ ਨੂੰ ਜਾਂ ਕਿਸੇ ਅਟੈਂਡੈਂਟ ਨੂੰ ਕਹਿੰਦੇ ਹੋ ਵੀ ਦੋਸਤੋ ਸਕਰੀਨ ਚਲਾ ਦਿਓ, ਜਾਂ ਹੈੱਡਫੋਨ ਦੀ ਹਾਲਤ ਬਹੁਤ, ਜਿੱਦਾਂ ਅਸੀਂ ਕਹਿੰਦੇ ਆ ਕਿ ਬੜੇ ਗਰੀਬਾਂ ਵਾਲੇ ਹੈੱਡਫੋਨ ਰੱਖਦੇ ਆ ਜੀ, ਉੱਥੇ ਗਰੀਬ ਮੈਨੂੰ ਵਰਡ ਨਹੀਂ ਯੂਜ਼ ਕਰਨਾ ਚਾਹੀਦਾ, ਸਸਤੇ ਹੈੱਡਫੋਨ ਮੈਂ ਯੂਜ਼ ਕਰਦਾ ਆ। ਤੇ ਇਦਾਂ ਦਾ ਹਾਲ ਹੋ ਚੁੱਕਿਆ ਆ। ਇਹਦਾ ਕਾਰਨ ਕੀ ਹੈ? ਤੁਸੀਂ ਵੀ ਲੱਭਿਓ, ਅਸੀਂ ਵੀ ਲੱਭਣ ਦੀ ਕੋਸ਼ਿਸ਼ ਕਰਾਂਗੇ। ਤੇ ਇਸ ਪ੍ਰੋਗਰਾਮ ਨੂੰ ਅਸੀਂ ਟਾਟਾ ਨੂੰ, ਇੰਡੀਅਨ ਗਵਰਨਮੈਂਟ ਨੂੰ, ਸਾਰਿਆਂ ਤੱਕ ਪਹੁੰਚਾਉਣਾ ਚਾਹਾਂਗੇ, ਕਿਉਂਕਿ ਮੈਂ ਲੰਮੀ ਚੌੜੀ ਇੱਕ ਕੰਪਲੇਂਟ ਵੀ ਲਿਖੀ ਸੀ ਜੀ ਟਾਟਾ ਨੂੰ, ਉਹਨਾਂ ਦੇ ਸੋਸ਼ਲ ਮੀਡੀਆ ਤੇ ਜਾ ਕੇ ਵੀ ਜੀ ਆਹ ਤੁਹਾਡੀ ਹਾਲਤ ਹੈ, ਕਿਉਂ ਇਦਾਂ ਹੋਈ ਹੈ। ਉਦੋਂ ਬਹੁਤ ਕੰਪਲੇਂਟ ਕੀਤੀ ਸੀ, ਪਰ ਇਸ ਵਾਰ ਕਮਲਜੀਤ ਜੀ ਜਾ ਕੇ ਆਏ ਨੇ ਤਕਰੀਬਨ 8-9 ਮਹੀਨੇ ਬਾਅਦ, ਤਾਂ ਹਜੇ ਤੱਕ ਕੋਈ ਸੁਧਾਰ ਹੋਇਆ ਨਹੀਂ ਹੈ। ਕਮਲਜੀਤ ਜੀ ਤੁਹਾਡਾ ਐਕਸਪੀਰੀਅੰਸ ਕੀ ਰਿਹਾ ਜੀ? ਦੇਖੋ ਜੀ, ਗੱਲ ਆ ਵੀ ਰਤਨ ਟਾਟਾ ਜੀ ਨੂੰ ਮੈਂ 1-2 ਵਾਰੀ ਮਿਲਿਆ ਪ੍ਰਵਾਸੀ ਭਾਰਤੀ ਦਿਵਸ ਦੇ ਵਿੱਚ, ਤੇ ਇੱਕ ਵਾਰੀ ਜਦੋਂ ਮੁੱਖ ਮੰਤਰੀ ਹੁੰਦੇ ਸੀ ਗੁਜਰਾਤ ਦੇ ਮੋਦੀ ਜੀ, ਉਦੋਂ ਉਹਨਾਂ ਨੇ ਇੱਕ ਗੁਜਰਾਤ ਵਾਈਬ੍ਰੈਂਟ ਕਰਾਇਆ ਸੀ। ਉਦੋਂ ਤਕਰੀਬਨ ਇੰਡੀਆ ਦੇ ਜਿੰਨੇ ਵੀ ਵੱਡੇ ਬਿਜ਼ਨਸਮੈਨ ਨੇ ਸਾਰੇ ਹੀ ਉੱਥੇ ਸੀਗੇ, ਔਰ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਇਦਾਂ ਲੱਗਦਾ ਸੀ ਕਿ ਜਿਵੇਂ ਉਹ ਆਮ ਲੋਕਾਂ ਦੇ ਮਸੀਹਾ ਨੇ। ਉਹਨਾਂ ਨੇ ਜਿੰਨੀਆਂ ਵੀ, ਉਹਨਾਂ ਦੇ ਕਹਿਣ ਮੁਤਾਬਕ ਜਿੰਨੀਆਂ ਵੀ ਉਹਨਾਂ ਨੇ ਕਾਰਾਂ ਬਣਾਈਆਂ, ਉਹ ਸਸਤੇ ਰੇਟ ਦੀਆਂ ਬਣਾਈਆਂ ਤਾਂ ਕਿ ਹਰ ਬੰਦੇ ਦੀ ਪਹੁੰਚ ਵਿੱਚ ਹੋਵੇ, ਔਰ ਉਹ ਕਾਰਾਂ ਜਿਹੜੀਆਂ ਹਰ ਬੰਦਾ ਖਰੀਦ ਸਕੇ, ਹਰ ਬੰਦਾ ਉਹਨਾਂ ਦਾ ਆਨੰਦ ਮਾਣ ਸਕੇ, ਔਰ ਉਹਦੇ 'ਚ ਸਾਰੀਆਂ ਸਹੂਲਤਾਂ। ਇਹ ਸਾਰੀਆਂ ਗੱਲਾਂ ਜਦੋਂ ਸੁਣੀਆਂ ਸੀ ਤਾਂ ਰਤਨ ਟਾਟਾ ਜੀ ਨੂੰ ਅਸੀਂ ਮਹਿਸੂਸ ਕੀਤਾ ਕਿ ਇਹ ਇੱਕ ਬਹੁਤ ਵਧੀਆ ਇਨਸਾਨ ਨੇ, ਔਰ ਜਿਨ੍ਹਾਂ ਨੇ ਸਾਰੀ ਉਮਰ ਜਿਹੜੀ ਆ ਉਹ ਇਹੋ ਜਿਹੇ ਕੰਮਾਂ 'ਤੇ ਲਾ ਦਿੱਤੀ ਹੈ ਕਿ ਲੋਕਾਂ ਨੂੰ ਕੋਈ ਵਧੀਆ ਸਰਵਿਸ ਪ੍ਰੋਵਾਈਡ ਕੀਤੀ ਜਾਵੇ। ਜਦੋਂ 에ਅਰ ਇੰਡੀਆ ਇਹਨਾਂ ਨੇ ਖਰੀਦ ਲਿਆ ਸਾਰਾ, ਉਦੋਂ ਅਸੀਂ ਇਹ ਮਹਿਸੂਸ ਕੀਤਾ ਕਿ ਹੁਣ 에ਅਰ ਇੰਡੀਆ ਸਹੀ ਹੱਥਾਂ 'ਚ ਆ ਗਿਆ। ਹੁਣ ਲੱਗਦਾ ਕਿ 에ਅਰ ਇੰਡੀਆ ਦਾ ਕੁਝ ਸੁਧਾਰ ਹੋਏਗਾ, ਇੱਥੇ ਸਹੂਲਤਾਂ ਚੰਗੀਆਂ ਮਿਲਣਗੀਆਂ। ਹੁਣ ਮੈਨੂੰ ਨਹੀਂ ਪਤਾ ਕਿ ਉਹ ਕੰਮ ਕਰਨ ਵਾਲਿਆਂ ਨੂੰ ਤਨਖਾਹਾਂ ਹੀ ਨਹੀਂ ਦਿੰਦੇ, ਜਾਂ ਉਹਨਾਂ ਦੀਆਂ ਕੋਈ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰੀਆਂ ਨਹੀਂ ਕਰਦੇ, ਜਿਸ ਕਰਕੇ ਉਹ ਉੱਥੇ ਚੜ੍ਹਨ ਵਾਲੀਆਂ ਸਵਾਰੀਆਂ ਨੂੰ ਹਾਰਡ ਟਾਈਮ ਦਿੰਦੇ ਆ, ਔਰ ਜਿਸ ਕਰਕੇ ਇਹਦਾ ਗ੍ਰਾਫ ਜਿਹੜਾ ਦਿਨੋਂ ਦਿਨ ਡਿੱਗਦਾ ਜਾਂਦਾ। ਜੇ ਇਹੋ ਹਾਲਤ ਰਹੀ ਤਾਂ ਮੈਨੂੰ ਨਹੀਂ ਉਮੀਦ ਕਿ ਆਉਣ ਵਾਲੇ ਸਮੇਂ ਦੇ ਵਿੱਚ 에ਅਰ ਇੰਡੀਆ ਦੇ ਵਿੱਚ ਲੋਕ ਸਫ਼ਰ ਕਰਨਾ ਜਿਹੜਾ ਉਹ ਪਸੰਦ ਕਰਨਗੇ। ਸਿਰਫ 에ਅਰ ਇੰਡੀਆ ਵਿੱਚ ਸਫ਼ਰ ਕਰਨ ਦਾ ਮਕਸਦ ਲੋਕਾਂ ਦਾ ਇੰਨਾ ਹੀ ਹੁੰਦਾ ਕਿ ਉੱਥੇ ਪੰਜਾਬੀ ਹਿੰਦੀ ਬੋਲਣ ਵਾਲੇ ਲੋਕ ਜਿਹੜੇ ਆ ਉਹ ਲੱਭ ਜਾਂਦੇ, ਉਹਨਾਂ ਨੂੰ 에ਅਰ ਹੋਸਟੈਸ ਲੱਭ ਜਾਂਦੀਆਂ, ਉਹਨਾਂ ਦੀਆਂ ਮਜਬੂਰੀਆਂ ਸਮਝਦੇ ਆ। ਤੇ ਲੋਕ ਜਿਹੜੇ ਬਜ਼ੁਰਗਾਂ ਨੂੰ ਜਾਂ ਹੋਰ ਸਿਆਣੇ ਬੰਦਿਆਂ ਨੂੰ ਅਗਰ ਇੰਡੀਆ ਭੇਜਣਾ ਹੁੰਦਾ ਤਾਂ ਉਹ 에ਅਰ ਇੰਡੀਆ ਨੂੰ ਪ੍ਰੈਫਰ ਕਰਦੇ ਆ। ਪਰ ਜੇ ਇਸ ਤਰ੍ਹਾਂ ਦਾ ਹਾਲ ਰਿਹਾ ਤੇ ਮੇਰੇ ਖਿਆਲ ਦੇ ਵਿੱਚ ਲੋਕ ਜਿਹੜੇ ਆ, ਕਿਉਂਕਿ ਹੁਣ 에ਅਰ ਕੈਨੇਡਾ ਨੇ ਵੀ ਬਰਾਬਰ ਤੇ ਪੰਜਾਬੀ ਬੋਲਣ ਵਾਲੀਆਂ 에ਅਰ ਹੋਸਟੈਸ ਵਗੈਰਾ ਰੱਖ ਲਈਆਂ, ਜਿਹੜੀਆਂ ਕਿ ਤੁਹਾਨੂੰ ਪੰਜਾਬੀ ਵਿੱਚ ਹਿੰਦੀ ਵਿੱਚ ਸੇਵਾਵਾਂ ਦਿੰਦੀਆਂ। ਤੇ ਮੈਂ ਸਮਝਦਾ ਵੀ 에ਅਰ ਇੰਡੀਆ ਨੂੰ ਤੇ ਭਾਰਤ ਸਰਕਾਰ ਨੂੰ ਇਸ ਬਾਰੇ ਖਾਸ ਧਿਆਨ ਦੇਣਾ ਚਾਹੀਦਾ ਕਿ ਜਿਹੜਾ ਸਾਡਾ ਰਾਬਤਾ ਬਣਿਆ ਹੋਇਆ ਭਾਰਤ ਦੇ ਨਾਲ 에ਅਰ ਇੰਡੀਆ ਰਾਹੀਂ, ਉਹ ਹੋਰ ਮਜ਼ਬੂਤ ਹੋਵੇ, ਉਹ ਕੜੀਆਂ ਜਿਹੜੀਆਂ ਟੁੱਟਣ ਨਾ, ਕੜੀਆਂ ਮਜ਼ਬੂਤ ਹੋਣ। ਤਾਂ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਮੈਂ ਮਹਿਸੂਸ ਕਰਦਾ ਕਿ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਜੀ। ਕਮਲਜੀਤ ਜੀ, ਬੜੀ ਕਮਾਲ ਦੀ ਗੱਲ ਆ। ਕਹਿੰਦੇ ਜਦੋਂ ਤੁਸੀਂ ਪ੍ਰਦੇਸ਼ ਆ ਜਾਂਦੇ ਹੋ, ਪਰਦੇਸੀ ਹੋ ਜਾਂਦੇ ਹੋ, ਤਾਂ ਭਾਰਤ 'ਚ ਜਾ ਕੇ ਕਹਿੰਦੇ ਜੀ ਬੜੀ ਇੱਕ ਬੰਦੇ ਦੀ ਵੈਲਿਊ ਪੈ ਜਾਂਦੀ ਹੈ। ਪਿੰਡ ਜਾਂਦਾ ਕਹਿੰਦਾ ਲੈ ਭਾਈ ਆ ਆਇਆ ਜੀ, ਅਮਰੀਕਾ ਤੋਂ ਆਇਆ, ਕੈਨੇਡਾ ਤੋਂ ਆਇਆ, ਆਸਟ੍ਰੇਲੀਆ ਤੋਂ ਆਇਆ, ਤੇ ਬੜੀ ਵੈਲਿਊ ਪੈਂਦੀ ਹੈ। ਪਰ ਜਦੋਂ ਹੁਣ ਅਸੀਂ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੇ ਉਤਰਦੇ ਹਾਂ ਜੀ, ਨੋ ਡਾਊਟ ਬਹੁਤ ਖੂਬਸੂਰਤ 에ਅਰਪੋਰਟ, ਬਹੁਤ ਅੱਛੀ ਸੇਵਾ, ਔਰ ਸੁਧਾਰ ਵੀ ਬਹੁਤ ਹੋਏ, ਬਹੁਤ ਸੁਧਾਰ ਹੋਏ। ਮਤਲਬ ਬਾ ਕਮਾਲ ਹੈ ਜੀ, ਜੋ ਸਰਕਾਰ ਨੇ ਕੀਤਾ ਹੈ, ਬਾ ਕਮਾਲ ਹੈ। ਬਿਲਕੁਲ ਠੀਕ। ਪਰ ਜਦੋਂ ਅਸੀਂ ਫਲਾਈਟ 'ਚ ਚੜ੍ਹਦੇ ਹਾਂ ਜੀ, ਤਾਂ ਸਾਨੂੰ ਇਹ ਲੱਗਦਾ ਆ ਵੀ ਮੇਰੇ ਦੋਸਤ ਨੇ ਇੱਕ ਨੇ ਅੱਜ ਮੈਂ ਉਹਨੂੰ ਜ਼ਿਕਰ ਕੀਤਾ ਕਿ 에ਅਰਲਾਈਨ ਦੇ ਉੱਤੇ ਅਸੀਂ ਪ੍ਰੋਗਰਾਮ ਕਰਨਾ ਆ, ਕਹਿੰਦਾ ਜੀ ਇਹਨਾਂ ਦਾ ਹਾਲ ਤਾਂ ਕਹਿੰਦਾ ਸਰਕਾਰੀ ਬੱਸਾਂ ਵਾਲਾ ਹੋ ਗਿਆ ਜੀ। ਕਹਿੰਦਾ ਇਹ ਰੋਡਵੇਜ਼ ਦੀਆਂ ਲਾਰੀਆਂ ਵਾਲਾ ਹਿਸਾਬ ਹੋ ਗਿਆ ਜੀ। ਮੈਂ ਜਦੋਂ ਐਤਕੀ ਵਾਪਸ ਆਉਣਾ ਸੀ ਤੇ ਮੈਂ 28 ਨੂੰ ਵਾਪਸ ਆਉਣਾ ਸੀ, ਲੇਕਿਨ ਕੁਝ ਕਾਰਨਾਂ ਕਰਕੇ ਮੈਨੂੰ ਸੀਟ ਆਪਣੀ ਅੱਗੇ ਕਰਾਉਣੀ ਪਈ। 20,500 ਰੁਪਇਆ ਚਾਰਜ ਕੀਤਾ 에ਅਰਲਾਈਨ ਏਜੰਟ ਨੇ, ਤੇ ਮੇਰੀ ਸੀਟ ਜਿਹੜੀ ਉਹ 10 ਦਿਨ ਲਈ ਅੱਗੇ ਕੀਤੀ। ਐਨੀਓ ਸੀਟ ਅੱਗੇ ਹੋ ਗਈ। ਜਦੋਂ ਮੈਂ 에ਅਰਪੋਰਟ 'ਤੇ ਆਇਆ ਤਾਂ ਮੈਨੂੰ ਇਹ ਸੀ ਵੀ 에ਅਰਪੋਰਟ 'ਤੇ ਜਾ ਕੇ ਮੈਂ ਇਹਨੂੰ ਅਪਗ੍ਰੇਡ ਕਰਵਾ ਲਾਂਗਾ। ਇੱਕ ਪਾਸੇ ਦੀ ਅਪਗ੍ਰੇਸ਼ਨ ਦਾ ਖਰਚਾ ਉਹਨਾਂ ਮੇਰੇ ਕੋਲ ਮੰਗਿਆ 93,000 ਰੁਪਈਆ, ਔਰ ਜਦੋਂ ਕਿ ਆਮ ਤੌਰ 'ਤੇ ਕੀ ਹੁੰਦਾ $500-600 ਦੇ ਵਿੱਚ ਇਹ ਅਪਗ੍ਰੇਡ ਕਰ ਦਿੱਤੀ ਜਾਂਦੀ ਹੈ। ਮੈਨੂੰ ਨਹੀਂ ਪਤਾ ਉਸ ਦਿਨ ਕਿਹੜੀ ਐਡੀ ਮਜਬੂਰੀ ਸੀ ਕਿ ਸਾਰਾ ਜਹਾਜ਼ ਖਾਲੀ ਸੀ ਬਿਜ਼ਨਸ ਕਲਾਸ ਦਾ, ਉਹ 'ਚ ਕੁਝ ਸਵਾਰੀਆਂ ਹੋਣਗੀਆਂ 5-7-10, ਬਾਕੀ ਸਾਰੀਆਂ ਖਾਲੀ। ਲੇਕਿਨ ਉਹਨਾਂ ਨੇ ਕਿਹਾ ਜੀ 93,000 ਰੁਪਈਆ ਲਾਂਗੇ, ਪਰ ਉਹ ਵੀ ਅਜੇ ਸਾਡੇ ਕੋਲ ਐਲੋਕੇਸ਼ਨ ਨਹੀਂ ਆਈ। ਇਹ ਦਿੱਲੀ 에ਅਰਪੋਰਟ ਦੀ ਗੱਲ ਹੈ, ਇਹ ਆਏਗੀ ਜੀ 12 ਵਜੇ ਤੋਂ ਬਾਅਦ।
3 ਵਜੇ ਮੇਰੀ ਫਲਾਈਟ ਆ, ਮੈਂ ਥੱਕਿਆ ਰਿਹਾ, ਪਹਿਲਾਂ ਅੰਮ੍ਰਿਤਸਰ ਤੋਂ ਆਇਆ, ਆ ਕੇ ਮੇਰਾ 6 ਘੰਟੇ ਦਾ ਸਟੇ ਦਿੱਲੀ ਸੀਗਾ। ਉਹਦੇ ਦੌਰਾਨ ਮੈਂ ਠੀਕ ਹੈ ਬਾਹਰ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਦੋਵਾਂ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਤੇ ਸੀਸਗੰਜ ਮੱਥਾ ਟੇਕ ਆਇਆ। ਥਕਾਵਟ ਮੈਨੂੰ ਇਹ ਸੀ ਕਿ ਮੈਨੂੰ ਇਹੀ ਜਾ ਕੇ ਤੇ ਲੌਂਚ ਬੈਠਾ ਜਾ ਕੇ ਮੈਂ ਆਰਾਮ ਕਰਾਂ ਥੋੜ੍ਹਾ ਬਹੁਤਾ। ਉਹ ਕਹਿੰਦਾ ਜੀ ਤੁਸੀਂ 12 ਵਜੇ ਤੋਂ ਬਾਅਦ ਆਇਓ। ਜਦੋਂ ਕਿ 에ਅਰਲਾਈਨ ਨੂੰ ਮੈਂ 40-50 ਹਜ਼ਾਰ ਰੁਪਈਆ ਦੇਣ ਨੂੰ ਤਿਆਰ ਸੀ ਵੀ ਮੇਰੀ ਸੀਟ ਅਪਗ੍ਰੇਡ ਹੋ ਜਾਏ, ਮੈਂ ਆਰਾਮ ਨਾਲ ਸੌਂ ਕੇ ਜਾਵਾਂ, ਲੇਕਿਨ ਕਿਸੇ ਕਾਰਨ ਬਸ ਉਹ ਨਹੀਂ ਹੋ ਸਕੀ। ਫਿਰ ਮੈਂ ਕਿਹਾ ਤੁਸੀਂ ਇਸ ਤਰ੍ਹਾਂ ਕਰੋ, ਜੇ ਅਗਰ ਮੇਰੀ ਸੀਟ ਅਪਗ੍ਰੇਡ ਨਹੀਂ ਹੁੰਦੀ ਤਾਂ ਮੈਨੂੰ ਐਕਸਟਰਾ ਲੈਗ ਸੀਟ ਦੇ ਦਿਓ। ਉਹਦਾ ਉਹਨਾਂ ਨੇ ਮੇਰੇ ਖਿਆਲ 9500 ਜਾਂ 10,500 ਰੁਪਈਆ ਹੋਰ ਮੰਗਿਆ, ਮੈਂ ਉਹ ਵੀ ਦੇ ਦਿੱਤਾ। ਜਦੋਂ ਮੈਂ ਜਾ ਕੇ ਉਹ ਸੀਟ ਤੇ ਬੈਠਾ, ਉਹਦਾ ਟੀਵੀ ਔਨ ਕਰਨ ਦੀ ਕੋਸ਼ਿਸ਼ ਕੀਤੀ, ਉਹਦਾ ਟੀਵੀ ਔਨ ਹੁੰਦਾ ਹੀ ਨਹੀਂ। ਮੈਂ ਬਟਨ ਦਬਾਇਆ, 에ਅਰਹੋਸਟਸ ਆਈ, ਮੈਂ ਕਿਹਾ ਵੀ ਬੀਬੀ ਆ ਮੇਰਾ ਟੀਵੀ ਤੇ ਚਲਾ ਦਿਓ। ਕਹਿੰਦੇ ਜੀ ਇਹ ਟੈਕਨੀਕਲ ਪ੍ਰੋਬਲਮ ਹੈ। ਔਰ ਇਹ ਟੈਕਨੀਕਲ ਪ੍ਰੋਬਲਮ ਜੀ ਪਿਛਲੇ ਅਕਤੂਬਰ ਤੋਂ ਨਹੀਂ, ਇਹ ਕਈ ਥਾਈਂ ਹੈਗੀ, ਇਸ ਗਾਂ ਸੁਣੋ ਨਾ ਅੱਗੇ। ਚਲੋ ਯਾਨੀ ਮੈਂ ਕਿਹਾ ਜੀ ਚਲੋ ਠੀਕ ਹੈ, ਜੇ ਟੈਕਨੀਕਲ ਪ੍ਰੋਬਲਮ ਹੈ ਤੁਸੀਂ ਕੋਸ਼ਿਸ਼ ਕਰੋ। ਕਹਿੰਦੇ ਹਾਂ ਜੀ ਅਸੀਂ ਟਰਾਈ ਕਰਦੇ ਹਾਂ। ਜਹਾਜ਼ ਚੱਲ ਪਿਆ। ਚੱਲਣ ਤੋਂ ਬਾਅਦ ਜਦੋਂ ਉੱਪਰ ਚਲਾ ਗਿਆ ਪੂਰਾ ਤੇ ਬੰਦ ਹੋ ਗਈ, ਸੀਟ ਬੈਲਟ ਦਾ ਹੋ ਗਿਆ। ਇੱਕ ਰਸਤੇ ਮੇਰੇ ਲਾਗੋਂ ਲੰਘੀ ਤੇ ਮੈਂ ਉਹਨੂੰ ਕਿਹਾ ਜੀ ਮੈਨੂੰ ਇੱਕ ਪਾਣੀ ਦਾ ਗਲਾਸ ਮਿਲ ਜਾਏ ਤਾਂ ਬੜੀ ਮਿਹਰਬਾਨੀ ਹੈ ਜੀ। ਔਰ ਮਜ਼ੇ ਦੀ ਗੱਲ ਹੈ, ਹਰ 에ਅਰਲਾਈਨ ਵਾਲੇ ਤੁਹਾਡੇ ਬਾਕਸ ਦੇ ਵਿੱਚ ਇੱਕ ਬੋਤਲ ਪਾਣੀ ਦੀ ਰੱਖ ਕੇ ਜਾਂਦੇ ਆ, ਤੁਹਾਨੂੰ ਲੋੜ ਹੈ ਜਾਂ ਨਹੀਂ ਹੈ। ਉੱਥੇ ਕੋਈ ਪਾਣੀ ਦਾ ਪ੍ਰਬੰਧ ਨਹੀਂ। ਉਹ ਚਲੀ ਗਈ। 1.5 ਘੰਟੇ ਬਾਅਦ ਮੈਂ ਉਹਨੂੰ ਦੁਬਾਰਾ ਵੇਖਿਆ। ਮੈਂ ਉਹਨੂੰ ਫਿਰ ਪੁੱਛਿਆ ਵੀ ਮੈਨੂੰ ਪਾਣੀ ਚਾਹੀਦਾ, ਮੈਂ ਤੇਰੇ ਕੋਲ ਪਾਣੀ ਮੰਗਿਆ ਹੈ। ਉਹ ਨਹੀਂ ਆਈ ਪਾਣੀ ਦੇਣ ਵਾਸਤੇ ਜੀ। ਬਾਅਦ ਵਿੱਚ ਉਹਨਾਂ ਨੇ ਪਹਿਲਾਂ ਕੀ ਕੀਤਾ ਕਿ ਤੁਹਾਡੇ ਬਾਕਸ ਦੇ ਵਿੱਚ ਥੱਲੇ ਇੱਕ ਪੈਕੇਟ ਜਿਹਾ ਰੱਖਿਆ, ਜਿਹਦੇ ਵਿੱਚ ਇੱਕ ਹੈਗਾ ਸੀਗਾ ਚੱਲਣ ਲੱਗਿਆ ਉੱਥੇ ਦੇ ਸੀਗਾ ਬਿਸਕੁਟਾਂ ਦਾ ਪੈਕੇਟ, ਇੱਕ ਭੁਜੀਏ ਦਾ ਪੈਕੇਟ ਤੇ ਇੱਕ ਹੋਰ ਸੀ ਕੋਈ ਖਾਣ ਲਈ। ਉਹ 3 ਚੀਜ਼ਾਂ ਪਾ ਕੇ ਲਿਫਾਫੇ ਦੇ ਵਿੱਚ ਇਹਨਾਂ ਨੇ ਚਿਪਸ, ਭੁਜੀਆ ਤੇ ਇਹ ਸਾਰਾ ਕੁਝ ਪਾ ਕੇ ਉੱਥੇ ਰੱਖਿਆ, ਬਿਸਕੁਟ ਜੀ। ਹੁਣ ਤੁਸੀਂ ਅੰਦਾਜ਼ਾ ਲਾਓ, ਜਿਹੜਾ ਬੰਦਾ ਫਲਾਈਟ 'ਚ ਬੈਠਾ ਜਿਹਨੇ 14 ਘੰਟੇ ਸਫ਼ਰ ਕਰਨਾ, ਉਹ ਬੰਦਾ ਸਵੇਰੇ 3 ਵਜੇ ਤੁਹਾਡੀ ਫਲਾਈਟ 4 ਵਜੇ ਬਹਿ ਰਿਹਾ, 3 ਵਜੇ ਚੱਲ ਰਹੀ ਉੱਥੋਂ ਫਲਾਈਟ, ਉਹ 3 ਵਜੇ ਸਵੇਰੇ ਬਹਿ ਰਿਹਾ, ਉਹਨੂੰ ਖਾਣ ਲਈ ਕੁਛ ਨਾ ਕੁਛ ਤੇ ਚਾਹੀਦਾ ਨਾ, ਲੇਕਿਨ ਕੁਛ ਨਹੀਂ, ਨਾ ਪਾਣੀ ਨਾ ਕੁਝ ਖਾਣ ਲਈ ਕੁਛ। ਉਸ ਤੋਂ ਬਾਅਦ ਤੁਸੀਂ ਸੁਣ ਕੇ ਸਿਤਮ ਜਰੀਫੀ ਇਹ ਆ ਕਿ 9 ਘੰਟੇ ਦੇ ਵਿੱਚ ਉਹਨਾਂ ਨੇ ਖਾਣ ਲਈ ਕੁਛ ਨਹੀਂ ਦਿੱਤਾ। ਇਹ ਰਿਕਾਰਡ ਆ 10 ਜੂਨ ਸਵੇਰੇ ਜਿਹੜੀ ਫਲਾਈਟ ਚੱਲੀ ਹੈ 에ਅਰ ਇੰਡੀਆ ਦੀ, ਉਹਦੇ ਵਿੱਚ ਕਿਸੇ ਸਵਾਰੀ ਨੂੰ ਫੋਨ ਕਰਕੇ ਪੁੱਛ ਲਓ, ਜਿਹੜਾ ਰਿਕਾਰਡ ਹੈ ਇਹਨਾਂ ਕੋਲ 에ਅਰ ਇੰਡੀਆ ਕੋਲ, ਇਹਨਾਂ ਕੋਲ ਸਾਰਿਆਂ ਦੇ ਫੋਨ ਨੰਬਰ ਨੇ, ਸਾਰਿਆਂ ਦੀਆਂ ਈਮੇਲ ਨੇ, ਸਾਰਿਆਂ ਦੇ ਕੰਟੈਕਟ ਬੇਸ ਨੇ, ਇਹਨਾਂ ਕੋਲ ਬਕਾਇਦਾ ਏਜੰਟ ਕੋਲ ਵੀ ਹੋਣਗੇ, ਉਹਨਾਂ ਕੋਲ ਵੀ ਹੋਣਗੇ। ਉਹ ਕਿਤੋਂ ਪੁੱਛ ਲਓ ਕਿ 9 ਘੰਟੇ ਜੇ ਕੋਈ ਚੀਜ਼ ਖਾਣ ਨੂੰ ਮਿਲੀ ਹੋਵੇ। ਜਿਹੜਾ 9 ਘੰਟੇ ਬਾਅਦ ਫੂਡ ਦਿੱਤਾ ਗਿਆ ਉਹ ਬਿਲਕੁਲ ਠੰਡਾ, ਉਹਦੇ 'ਚ ਵੀ ਇਡਲੀ ਨਾਲ ਹੈਗਾ ਸੀ ਸਾਂਬਰ ਤੇ ਹੋਰ ਇਦਾਂ ਦਾ ਸਮਾਨ, ਜਿਹੜਾ ਕਿ ਕੁਝ ਲੋਕ ਖਾਂਦੇ ਆ, ਕੁਝ ਨਹੀਂ ਖਾਂਦੇ, ਕੁਝ ਨੂੰ ਖਾਣ ਦਾ ਇਹ ਚੀਜ਼ਾਂ ਦਾ ਪਤਾ, ਕੋਈ ਦਾ ਨਹੀਂ ਪਤਾ, ਕੋਈ ਨੂੰ ਪਸੰਦ ਕਰਦਾ ਨਹੀਂ ਪਸੰਦ, ਤੁਹਾਡੀ ਕੋਈ ਚੋਇਸ ਨਹੀਂ ਫੂਡ ਦੀ ਜੀ। ਤੁਹਾਨੂੰ ਜੋ ਕੁਝ ਵੀ ਉਹਨਾਂ ਨੇ ਦਿੱਤਾ। ਬੜੀ ਕਮਾਲ ਦੀ ਗੱਲ ਹੈ ਕਮਲਜੀਤ ਜੀ। ਸੁਣਿਆ ਸੀ ਕਿ ਕਹਿੰਦੇ ਜੀ ਸ਼ਰਾਬ ਦਾ ਸੇਵਨ ਜ਼ਿਆਦਾ ਹੋ ਜਾਂਦਾ, ਸ਼ਰਾਬ ਲਿਮਟਿਡ ਕਰਤੀ 에ਅਰ ਇੰਡੀਆ ਨੇ, ਕਰਨੀ ਚਾਹੀਦੀ ਹੈ, ਦਸਤੂਰ ਹੈ ਕਿ ਭਾਈ ਜੇ ਸਾਡੇ ਵਾਲਿਆਂ ਨੂੰ ਨਹੀਂ ਬਚਦੀ ਤਾਂ ਅਸੀਂ ਘਟਾ ਦਈਏ। ਉਹਦੀ ਸਰਵਿਸ ਘਟਾਤੀ, ਕੋਈ ਗੱਲ ਨਹੀਂ, ਕਿਸੇ ਨੇ ਇਤਰਾਜ਼ ਨਹੀਂ ਕੀਤਾ। ਨਹੀਂ, ਉਹ ਸਰਕਾਰਾਂ ਦੀ ਪਾਲਿਸੀਆਂ ਆਪਣੀਆਂ। ਪਾਣੀ ਵੀ ਅਸੀਂ ਘਟਾਣਾ ਆ, ਪਾਣੀ ਤੱਕ ਨਹੀਂ ਦੇਣਾ ਨੂੰ ਪੈਸੇਂਜਰ ਨੂੰ, ਔਰ ਇੰਨੀਆਂ ਮਹਿੰਗੀਆਂ ਟਿਕਟਾਂ ਲੈਣੀਆਂ ਨੇ, ਤਾਂ ਰਤਨ ਟਾਟਾ ਸਾਹਿਬ ਤੁਹਾਨੂੰ ਸੋਚਣਾ ਪਊਗਾ ਵੀ ਤੁਸੀਂ ਕਿਹੜੀ 에ਅਰਲਾਈਨ ਖਰੀਦੀ ਹੈ। ਕੋਈ ਪੋਲਿਟਿਕਸ ਤਾਂ ਨਹੀਂ ਹੋ ਰਹੀ ਕਿਤੇ, ਕੋਈ ਜਿਹੜਾ ਤੁਸੀਂ ਨਵਾਂ ਸਟਾਫ ਰਿਕਰੂਟ ਕਰ ਰਹੇ ਹੋ ਜਾਂ ਜਿਹੜਾ ਪੁਰਾਣਾ ਸਟਾਫ ਹੈ, ਕੋਈ ਲੌਬਿੰਗ ਤਾਂ ਨਹੀਂ ਹੈ, ਕੋਈ ਤੁਹਾਨੂੰ ਤਾਂ ਨਹੀਂ ਨੁਕਸਾਨ ਪਹੁੰਚਾਉਣਾ ਚਾਹ ਰਿਹਾ, ਜਾਂ ਤੁਸੀਂ ਸਰਕਾਰ ਨੂੰ ਨੁਕਸਾਨ ਪਹੁੰਚਾਉਣਾ ਚਾਹ ਰਹੇ ਹੋ। ਇਹਦੇ ਬਾਰੇ ਜ਼ਰੂਰ ਸੋਚਿਓ ਜੀ। ਦੂਜਾ, ਜਦੋਂ ਮੁੜ ਕੇ ਬਾਅਦ ਫਿਰ ਮੈਂ ਸੋਚਿਆ ਵੀ ਮੈਨੂੰ ਮਹਿਸੂਸ ਹੋ ਰਿਹਾ ਸੀ ਮੈਂ ਕੁਝ ਪੀਣ ਲਈ ਚਾਹੀਦਾ ਮੈਨੂੰ। ਮੈਂ ਨਾ ਜਾ ਕੇ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੈਨੂੰ ਇੱਕ ਡਾਈਟ ਕੋਕ ਚਾਹੀਦਾ, ਡਾਈਟ ਕੋਕ ਜਾਂ ਡਾਈਟ ਪੈਪਸੀ, ਕੋਈ ਵੀ ਜਿਹੜਾ ਤੁਹਾਡੇ ਕੋਲ ਅਵੇਲੇਬਲ ਹੈ। ਉਹ ਬੰਦਾ ਮੈਨੂੰ ਇਹ ਹੋਸਟੈਸ ਜਿਹੜੀ ਲੇਡੀ ਨਹੀਂ ਸੀ, ਲੇਡਾ ਸੀ ਬੰਦਾ, ਆਦਮੀ ਸੀ, ਔਰ ਉਹਦਾ ਬਿਹੇਵ ਐਡਾ ਭੈੜਾ ਸੀ, ਤਾਂ ਲਫ਼ਜ਼ ਮੈਂ ਲੇਡਾ ਵਰਤ ਰਿਹਾ ਉਹਦੇ ਲਈ ਜੀ। ਉਹਦਾ ਬਿਹੇਵ ਐਡਾ ਭੈੜਾ, ਕਹਿੰਦਾ ਜੀ ਬਾਹਰ ਖਲੋ ਪਿੱਛੇ ਬਾਹਰ ਨਿਕਲੋ। ਮੈਂ ਕਿਹਾ ਮੈਨੂੰ ਕੋਈ ਛੂਤ ਦੀ ਬਿਮਾਰੀ ਹੈ ਜਾਂ ਮੈਨੂੰ ਕੋਵਿਡ ਹੋਇਆ, ਤੈਨੂੰ ਲੱਗਦਾ ਜਿਹੜਾ ਤੇਰੇ ਅੰਦਰ ਇੱਥੇ ਆਉਣ ਨਾਲ ਤੈਨੂੰ ਹੋ ਜਾਏਗਾ, ਜਾਂ ਕਿਸੇ ਹੋਰ ਨੂੰ ਬਿਮਾਰੀ ਲੱਗ ਜਾਏਗੀ, ਜਾਂ ਮੈਂ ਕੋਈ ਸ਼ੂਦ ਹੈਗਾ, ਸ਼ੂਤਰ ਆ, ਤੂੰ ਮੇਰੇ ਨਾਲ ਕਮ ਸੇ ਕਮ ਬੋਲ ਤੇ ਤਹਿਜ਼ੀਬ ਨਾਲ। ਮੈਂ ਕਮਲਜੀਤ ਜੀ ਇੱਕ ਜ਼ਿਕਰ ਕਰਨਾ ਚਾਹੂੰਗਾ
ਕਿਸੇ ਤੁਸੀਂ ਸ਼ਬਦ ਯੂਜ਼ ਕੀਤੇ ਨੇ ਸ਼ੂਦਰ, ਅੱਜ ਕੱਲ ਤਾਂ ਜੀ ਅਸੀਂ ਉਹਨਾਂ ਦੀ ਵੀ ਬਰਾਬਰ ਇੱਜ਼ਤ ਕਰਦੇ ਹਾਂ। ਬਿਲਕੁਲ ਕਰਨੀ ਬਣਦੀ ਹੈ। ਉਹ ਸੀਐਮ ਸ਼ਿਵਰਾਜ ਹੁਣਾ ਨੇ ਆਦੀਵਾਸੀ ਭਰਾ ਸੀ ਸਾਡਾ ਇੱਕ, ਹਾਂ, ਉਹਦੇ ਪੈਰ ਧੋਤੇ ਨੇ ਜੀ। ਬਿਲਕੁਲ ਠੀਕ ਹੈ, ਤਰੀਕਾ ਹੈ ਬਾਹਰ ਨਿਕਲ ਜੋ ਆ ਕਰ ਲੋ। ਇਹ ਇੱਕ ਸਰਵਿਸ ਇੰਡਸਟਰੀ ਹੈ। ਜਦੋਂ ਮੈਂ ਸਟਾਫ ਨੂੰ ਟ੍ਰੇਨ ਹੋਣਾ, ਜਦੋਂ ਮੈਨੂੰ ਮੈਂ ਕਿਹਾ ਵੀ ਇਹ ਤੇ ਗੱਲ ਬਹੁਤ ਮਾੜੀ ਹੈ ਵੀ ਤੂੰ ਮੈਨੂੰ ਕਿਵੇਂ ਬਾਹਰ ਨਿਕਲ ਜਾਓ। ਮੈਂ ਕਿਹਾ ਮੈਂ 에ਅਰਲਾਈਨ ਦਾ ਕਿਰਾਇਆ ਦਿੱਤਾ, ਇਸ ਕਿਰਾਏ ਚੋਂ ਤੈਨੂੰ ਤਨਖਾਹ ਮਿਲਦੀ ਹੈ, ਔਰ ਜਿੰਨੇ ਵੀ ਇੱਥੇ ਬੈਠੇ ਆ ਇਹ ਸਰਵਿਸ ਵਾਸਤੇ ਤੁਸੀਂ ਬੈਠੇ ਹੋ ਸਾਡੀ ਲਈ। ਜੇ ਤੁਸੀਂ ਸਰਵਿਸ ਨਹੀਂ ਦਿਓਗੇ ਤੇ ਕਿੱਦਾਂ ਚੱਲੂਗੀ 에ਅਰਲਾਈਨ? ਉਹ ਕਹਿੰਦਾ ਜੀ ਸਾਡੇ ਕੋਲ ਹੈ ਹੀ ਨਹੀਂ। ਤੁਸੀਂ ਇਹ ਦੱਸੋ ਪਹਿਲਾਂ ਵੀ 에ਅਰਲਾਈਨ ਕੋਲ ਠੰਡਾ ਕੋਕ ਪੀਣ ਲਈ ਹੋਏਗਾ ਕਿ ਨਹੀਂ ਹੋਏਗਾ ਜੇ ਕੋਈ ਮੰਗੇ ਤੇ? ਉਹ ਕਹਿੰਦੇ ਹੈ ਨਹੀਂ। ਔਰ ਉਹ ਜਦੋਂ ਮੈਂ ਛੱਡ ਕੇ ਜਦੋਂ ਮੈਂ ਬੋਲਿਆ ਤੇ ਕੁਝ ਸਵਾਰੀਆਂ ਹੋਰ ਬੋਲ ਪਈਆਂ, ਪਲੇਨ ਦੇ ਵਿੱਚੋਂ ਇੱਕ ਕਿਸਮ ਦੀ ਆਵਾਜ਼ ਉੱਠਣੀ ਸ਼ੁਰੂ ਹੋ ਗਈ ਵੀ ਇਹ ਤੇ ਵਾਕਈ ਗੱਲ ਠੀਕ ਹੈ। ਹੁਣ ਤੁਸੀਂ ਅੰਦਾਜ਼ਾ ਲਾਓ, ਜਿਨ੍ਹਾਂ ਨੂੰ 9 ਘੰਟੇ ਕੁਝ ਨਹੀਂ ਮਿਲਿਆ, 9 ਘੰਟੇ ਬਾਅਦ ਠੰਡਾ ਫੂਡ ਮਿਲਿਆ, ਜੇ ਕੋਈ ਚੀਜ਼ ਉਹ ਅੰਦਰੋਂ ਮੰਗਣ ਜਾਂਦੇ ਆ ਤਾਂ ਉਹਨਾਂ ਦਾ ਬਿਹੇਵ ਐਡਾ ਭੈੜਾ ਕਿ ਬਾਹਰ ਨਿਕਲ ਜਾਓ ਇੱਥੋਂ। ਇਹ ਲਫ਼ਜ਼ ਸੁਣ ਕੇ ਮੈਂ ਤੇ ਰਤਨ ਟਾਟਾ ਜੀ, ਮੈਂ ਤੁਹਾਨੂੰ ਇੱਕ ਜਾਂ ਦੋ ਵਾਰੀ ਮਿਲਿਆ, ਸ਼ਾਇਦ ਤੁਹਾਨੂੰ ਤਾਂ ਯਾਦ ਨਹੀਂ ਕਿਉਂਕਿ ਤੁਹਾਨੂੰ ਲੱਖਾਂ ਲੋਕ ਮਿਲਦੇ ਆ, ਪਰ ਮੇਰੇ ਦਿਲ ਤੇ ਇਸ ਗੱਲ ਦੀ ਛਾਪ ਲੱਗੀ ਸੀ ਕਿ ਹੀ ਇਜ਼ ਸੱਚ ਏ ਨਾਈਸ ਪਰਸਨ। ਇਹ ਦੱਬੇ ਕੁਚਲੇ ਲੋਕਾਂ ਦੀ, ਘੱਟ ਆਮਦਨ ਵਾਲੇ ਲੋਕਾਂ ਦੀ, ਘੱਟ ਪੈਸਿਆਂ ਦੇ ਵਿੱਚ ਵਧੀਆ ਸੇਵਾਵਾਂ ਲੈਣ ਦਾ ਦੂਜਾ ਨਾਂ ਜਿਹੜਾ ਉਹ ਰਤਨ ਟਾਟਾ। ਲੇਕਿਨ ਜਦੋਂ ਦਾ ਮੈਂ 에ਅਰ ਇੰਡੀਆ ਦਾ ਇਸ ਵਾਰੀ ਦਾ ਐਕਸਪੀਰੀਅੰਸ ਵੇਖਿਆ ਇਕੋਨਮੀ ਕਲਾਸ ਦੇ ਵਿੱਚ, ਉਦੋਂ ਮਹਿਸੂਸ ਹੋਇਆ ਵੀ ਜਿੰਨਾ ਮਿਸਬਿਹੇਵ ਅਤੇ ਜਿੰਨਾ ਮਿਸਕੰਡਕਟ ਇਸ 에ਅਰਲਾਈਨ ਦੇ ਵਿੱਚ ਬਿਜ਼ਨਸ ਕਲਾਸ ਤੋਂ ਇਲਾਵਾ ਇਕੋਨਮੀ ਕਲਾਸ ਕੀਤਾ ਜਾਂਦਾ ਲੋਕਾਂ ਦੇ ਨਾਲ, ਦੈਟਸ ਵੈਰੀ ਬੈਡ, ਜਿਹੜਾ ਕਿ ਕਦੀ ਨਹੀਂ ਕਰਨਾ ਚਾਹੀਦਾ। ਕਿਉਂਕਿ ਜਿਹੜੇ ਬੰਦੇ ਨੇ ਪੈਸੇ ਦਿੱਤੇ, ਚਾਹੇ ਉਹਨੇ ਇਕੋਨਮੀ ਕਲਾਸ ਲਈ ਦਿੱਤੇ ਆ, ਚਾਹੇ ਉਹਨੇ ਬਿਜ਼ਨਸ ਕਲਾਸ ਲਈ ਦਿੱਤੇ ਆ, ਘੱਟੋ ਘੱਟ ਜਿਹਨੂੰ ਸੌਣ ਲਈ ਸੀਟ ਨਹੀਂ ਮਿਲੀ ਤੇ ਬਹਿਣ ਲਈ ਮਿਲੀ ਆ, ਉਹ ਤੇ ਸਾਬਤ ਸੂਰਤ ਮਿਲੇ। ਕਿਸੇ ਦੀ ਸੀਟ ਟੁੱਟੀ ਆ, ਕਿਸੇ ਦੀ ਸੀਟ ਜਿਹੜੀ ਆ ਉਹਦੇ ਤੇ ਟੀਵੀ ਨਹੀਂ ਚੱਲ ਰਿਹਾ, ਕਿਸੇ ਦਾ ਕੁਛ ਹੋ ਰਿਹਾ, ਪਾਣੀ ਨਹੀਂ ਮਿਲ ਰਿਹਾ, ਪੀਣ ਠੰਡਾ ਮੰਗੋ ਤੇ ਉਹ ਨਹੀਂ ਮਿਲ ਰਿਹਾ। 에ਅਰਲਾਈਨ ਦਾ ਮਤਲਬ ਕੀ ਹੈ? ਇੱਥੋਂ ਤੱਕ ਕਮਲਜੀਤ ਜੀ ਤੁਸੀਂ ਜੇ ਧਿਆਨ ਕੀਤਾ ਹੋਵੇ, ਜਦੋਂ ਮੈਂ ਗਿਆ ਤਾਂ ਕਾਰਪੈਟ ਵੀ ਪ੍ਰੋਪਰ ਸਾਫ਼ ਨਹੀਂ ਹੁੰਦਾ। ਜੀ ਬਹੁਤ ਗੰਦਗੀ ਆ, ਬਹੁਤ ਗੰਦਗੀ ਆ, ਔਰ ਵਾਸ਼ਰੂਮ ਵੀ ਪੂਰੀ ਤਰ੍ਹਾਂ ਸਾਫ਼ ਨਹੀਂ। ਇਹ ਕਿਹਾ ਜਾਂਦਾ ਕਿ ਵਾਸ਼ਰੂਮ 'ਚ ਗੰਦ ਪਾਉਂਦੇ ਆ, ਕੌਣ ਪਾਉਂਦੇ ਆ ਗੰਦ? ਤੁਸੀਂ ਇਹ ਵੇਖੋ ਵੀ ਬਾਕੀ 에ਅਰਲਾਈਨਾਂ ਵਿੱਚ ਵੀ ਸਾਡੇ ਲੋਕ ਜਾਂਦੇ ਆ। ਤੁਸੀਂ 에ਅਰ ਕੈਨੇਡਾ ਵੇਖ ਲਓ, 에ਅਰ ਕੈਨੇਡਾ ਦੇ ਵਿੱਚ ਮੈਂ ਜਾਂਦਾ ਬੜੀ ਵਾਰੀ, ਸਾਲ ਦੇ ਵਿੱਚ ਮੈਂ 2-3 ਵਾਰੀ ਇੰਡੀਆ ਜਾਂਦਾ। ਮੇਰਾ ਰਿਕਾਰਡ ਚੈੱਕ ਕੀਤਾ ਜਾ ਸਕਦਾ ਦੋਵਾਂ 에ਅਰਲਾਈਨਾਂ ਦਾ, 2 ਜਾਂ 3 ਵਾਰੀ ਐਵਰੇਜ ਆ, ਵੱਧ ਹੋ ਸਕਦਾ ਘੱਟ ਨਹੀਂ। 에ਅਰ ਕੈਨੇਡਾ ਦੇ ਵਿੱਚ ਵੀ ਸਾਡੇ ਪੰਜਾਬੀ ਲੋਕ ਜਾਂਦੇ ਆ, ਔਰ ਪੂਰਾ ਜਹਾਜ਼ ਜਿਹੜਾ ਉਹ 'ਚ 80 ਤੋਂ 90% ਲੋਕ ਜਿਹੜੇ ਆ ਇੰਡੀਅਨ ਹੁੰਦੇ ਆ, ਜਿਹੜੇ ਉਹਦੇ 'ਚ ਬਹਿ ਕੇ ਜਾਂਦੇ ਆ। ਔਰ ਉਸ ਤੋਂ ਬਾਅਦ ਉੱਥੇ ਜੋ ਜਾਂਦੇ ਆ ਉਹ ਬਕਾਇਦਾ ਵਾਸ਼ਰੂਮ ਵੀ ਉਹੀ ਹੁੰਦੇ ਆ, ਉਹ ਲੋਕ ਯੂਜ਼ ਕਰਦੇ ਆ। ਸਿਰਫ ਇਹ ਆ ਕਿ ਉਹ ਜਿਹੜੇ ਡਿਊਟੀ 'ਤੇ ਹੈਗੇ ਆ, 에ਅਰ ਹੋਸਟੈਸ ਜਾਂ ਕੋਈ ਹੋਰ ਜਿਹੜੇ ਡਿਊਟੀ 'ਤੇ ਆ, ਉਹਨਾਂ ਨੂੰ ਨਾਲੋਂ ਨਾਲ ਕਲੀਨ ਕਰਦੇ ਆ। ਇਹ ਤੇ ਕਲੀਨ ਹੀ ਨਹੀਂ ਕਰਦੇ। ਇਹ ਤੇ ਇੰਨੇ ਗੰਦੇ ਵਾਸ਼ਰੂਮ ਹੈ ਕਿ ਮੈਨੂੰ ਹੈਰਾਨਗੀ ਦੀ ਗੱਲ ਹੈ ਕਿ ਇਹਨਾਂ ਨੂੰ ਜਾਂ ਤੇ ਇਹਨਾਂ ਦੇ ਆਪਣੇ ਘਰਾਂ 'ਚ ਵੀ ਇੱਦਾਂ ਦੇ ਗੰਦੇ ਵਾਸ਼ਰੂਮ ਨੇ, ਜਾਂ ਇਹ ਉੱਥੇ ਘਰਾਂ 'ਚ ਵੀ ਇੱਦਾਂ ਦੇ ਗੰਦੇ ਵਾਸ਼ਰੂਮ ਯੂਜ਼ ਕਰਦੇ ਆ, ਤੇ ਇਹਨਾਂ ਨੂੰ ਪਤਾ ਹੀ ਨਹੀਂ ਕਿ ਵਾਸ਼ਰੂਮ ਕੀ ਚੀਜ਼ ਹੁੰਦੀ ਹੈ। ਮੈਨੂੰ ਕਮਲ ਜੀ ਲੱਗਦਾ ਹੈ ਕਿ ਜਿਹੜੀ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਹਾਜ਼ 'ਚ ਚੜ੍ਹਦੇ ਤੁਹਾਨੂੰ ਪਿੰਡ ਵਾਲਾ ਮਾਹੌਲ ਉਹ ਦੇਣਾ ਸ਼ੁਰੂ ਕਰ ਦਿੰਦੇ ਨੇ। ਮੈਨੂੰ ਲੱਗਦਾ ਪਿੰਡ ਵੀ ਸਾਡੇ ਕਈ ਸਾਫ਼ ਨੇ ਜੀ ਇਹਨਾਂ ਨਾਲ। ਨਹੀਂ, ਮੇਰਾ ਮਤਲਬ ਕਹਿਣ ਤੋਂ ਵੀ ਅਸੀਂ ਕੋਈ ਸਾਡਾ ਜਿਹੜਾ ਅੱਜ ਦਾ ਸੈਗਮੈਂਟ ਕਰਨ ਦਾ ਮਕਸਦ ਜਿਹੜਾ ਇਹ ਕੋਈ, ਅਸੀਂ 2 TV ਚੈਨਲ ਦੇ ਮਾਲਕ ਬੈਠੇ ਆ ਇਹਦੇ ਉੱਤੇ, ਔਰ ਦੋਵਾਂ ਦਾ ਇਹ ਭੈੜਾ ਐਕਸਪੀਰੀਅੰਸ ਹੈ। ਅਸੀਂ ਇਹ ਮਹਿਸੂਸ ਕੀਤਾ ਕਿ ਇਸ ਬਾਰੇ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ, ਇਸ ਬਾਰੇ 에ਅਰ ਇੰਡੀਆ ਨੂੰ ਅਵੇਅਰ ਕਰਨਾ ਚਾਹੀਦਾ, ਇਹਦੇ ਵਾਸਤੇ ਇੰਡੀਆ ਗਵਰਨਮੈਂਟ ਨੂੰ ਅਵੇਅਰ ਕਰਨਾ ਚਾਹੀਦਾ ਕਿ ਇਸ 에ਅਰਲਾਈਨ ਦਾ ਭੱਠਾ ਬਹਿਣ ਦਾ ਕਾਰਨ ਜਿਹੜਾ ਉੱਥੇ ਜਿਹੜੀ ਮਾੜੀ ਸਰਵਿਸ ਆ, ਮਾੜੇ ਜਹਾਜ਼ ਨੇ, ਮਾੜੀਆਂ ਜਿਹੜੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਵਿੱਚ, ਉਹਦਾ ਸਹੀ ਤਰ੍ਹਾਂ ਦਾ ਪ੍ਰਬੰਧਨ ਨਾ ਹੋਣ ਕਾਰਨ ਹੈ। ਔਰ ਇਹਦੇ ਨਾਲ ਹੌਲੀ ਹੌਲੀ ਜਿਹੜੇ ਲੋਕ ਜਿਹੜੇ ਆ ਉਹ ਇਹਦੇ 'ਚ ਬਹਿਣੋਂ ਹਟ ਜਾਣਗੇ, ਉਹ ਇਹ ਦਿਨ ਬ ਦਿਨ ਹੋਰ ਥੱਲੇ ਜਾਏਗਾ। ਸਾਡਾ ਤੇ ਹੋਈ ਜੀ ਬਿਲਕੁਲ, ਕਿਉਂਕਿ ਡਾਇਰੈਕਟ ਫਲਾਈਟ ਹੈ, ਸਾਡੇ ਦੇਸ਼ ਦੀ ਆਪਣੀ ਫਲਾਈਟ ਹੈ, ਇਸ ਕਰਕੇ ਸਾਨੂੰ ਬਹੁਤ ਪਿਆਰ ਹੈ। ਇਸ ਕਰਕੇ ਇਹ ਪ੍ਰੋਗਰਾਮ ਕੀਤਾ ਹੈ, ਕਿਉਂਕਿ ਮੈਂ ਤਾਂ ਹਰ ਹਾਲ 'ਚ ਮੈਨੂੰ ਯਾਦ ਆ ਕਿ 에ਅਰ ਇੰਡੀਆ ਦੇ ਸੋਸ਼ਲ ਮੀਡੀਆ ਦੇ ਉੱਤੇ ਬਕਾਇਦਾ ਉਹ ਵੀਡੀਓ ਜਾਂ ਜੋ ਮੈਂ ਕਰ ਸਕਦਾ ਸੀ ਪਾਇਆ, ਕੰਪਲੇਂਟਸ ਪਾਈਆਂ ਕਿ ਇਹ ਹਾਲਾਤ ਨੇ, ਉਹਦਾ ਕੋਈ ਅਸਰ ਨਹੀਂ, ਪਰ ਉਹਦਾ ਕੋਈ ਅਸਰ ਨਹੀਂ, ਕੋਈ ਜਵਾਬ ਹੀ ਨਹੀਂ ਆਇਆ ਹੋਣਾ। ਜਦੋਂ ਹੁਣ ਕਮਲਜੀਤ ਜੀ ਜਾ ਕੇ ਮੈਂ ਇਹਨਾਂ ਨੂੰ ਵੈਸੇ ਹੀ ਪੁੱਛ ਲਿਆ ਕਿ ਕਿੱਦਾਂ ਦਾ ਰਿਹਾ ਜੀ ਸਫ਼ਰ, ਕਹਿੰਦੇ ਯਾਰ ਬਹੁਤ ਮਾੜਾ ਰਿਹਾ। ਫਿਰ ਮੈਨੂੰ ਲੱਗਿਆ ਕਿ ਇਹ ਵੀ ਇੱਛੁਕ ਸੀਗੇ, ਮੈਂ ਵੀ ਇੱਛੁਕ ਸੀਗਾ ਵੀ ਬਤੌਰ ਜਰਨਲਿਸਟ ਅਸੀਂ ਘੱਟੋ ਘੱਟ ਆਪਣਾ ਇੰਨਾ ਕੁ ਫਰਜ਼ ਨਿਭਾ ਦਈਏ ਕਿ ਆਵਾਜ਼ ਚੱਕਣਾ ਸਾਡਾ ਕੰਮ ਹੈ, ਆਵਾਜ਼ ਬੁਲੰਦ ਕਰਨਾ ਸਾਡਾ ਕੰਮ ਹੈ, ਤੇ ਇਸ ਸਿਸਟਮ ਨੂੰ ਸੁਧਾਰਨਾ ਤੁਹਾਡਾ ਕੰਮ ਹੈ ਜੀ। ਉਹਨੂੰ ਕਿੱਦਾਂ ਸੁਧਾਰਨਾ ਹੈ, ਮੈਂ ਇੱਕ ਹੋਰ ਦਰਸ਼ਕਾਂ ਨੂੰ ਰਿਕੁਐਸਟ ਕਰਨੀ ਚਾਹੂੰਗਾ ਕਿ ਜਿਹੜੇ ਵੀ ਸ਼ਖਸ ਆਸਟ੍ਰੇਲੀਆ, ਇੰਗਲੈਂਡ, ਫਰਾਂਸ,
ਕੈਨੇਡਾ, ਅਮਰੀਕਾ ਜਿੱਥੇ ਵੀ ਜਾਂਦੇ ਨੇ ਜੀ, ਜੇ 에ਅਰ ਇੰਡੀਆ ਦਾ ਉਹਨਾਂ ਦਾ ਕੋਈ ਐਕਸਪੀਰੀਅੰਸ ਚੰਗਾ ਹੈ ਜਾਂ ਮਾੜਾ ਹੈ, ਉਹ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ। ਅਸੀਂ ਕੋਸ਼ਿਸ਼ ਕਰਾਂਗੇ ਜੇ ਤੁਸੀਂ ਕੋਈ ਭੱਦੀ ਭਾਸ਼ਾ ਨਹੀਂ ਵਰਤੋਗੇ ਤਾਂ ਉਸ ਕਮੈਂਟਸ ਨੂੰ ਅਸੀਂ ਰਿਫਲੈਕਟ ਕਰੀਏ, ਉਹਨੂੰ ਹਾਈਡ ਨਾ ਕਰੀਏ, ਤਾਂ ਜੋ ਸਰਕਾਰ ਤੱਕ ਇਹ ਆਵਾਜ਼ ਜ਼ਰੂਰ ਪਹੁੰਚੇ ਕਿ 에ਅਰ ਇੰਡੀਆ ਦਾ ਇਹੋ ਜਿਹਾ ਹਾਲ ਕਿਉਂ ਹੋ ਰਿਹਾ। ਕਿਉਂਕਿ ਅਸੀਂ ਜ਼ਿਆਦਾ ਫ੍ਰੀਕੁਐਂਟ ਫਲਾਈ ਕੀਤਾ ਜੀ ਅਮਰੀਕਾ ਤੋਂ, ਕੈਨੇਡਾ ਤੋਂ, ਤੇ ਤੁਸੀਂ ਹੋਰ ਕਈ ਮੁਲਕਾਂ ਦੇ ਵਿੱਚ ਬੈਠੇ ਹੋਵੋਗੇ, ਇਹਨਾਂ ਪ੍ਰੋਗਰਾਮਾਂ ਨੂੰ ਦੇਖ ਰਹੇ ਹੋਵੋਗੇ, ਤੁਸੀਂ ਵੀ ਜ਼ਰੂਰ ਆਪਣੇ ਐਕਸਪੀਰੀਅੰਸ ਸ਼ੇਅਰ ਕਰਿਓ। ਹੋ ਸਕਦਾ ਕਿਸੇ ਹੋਰ ਮੁਲਕ ਲਈ ਫਲਾਈਟ ਵਧੀਆ ਦਿੱਤੀ ਹੋਵੇ ਜੀ। ਦੇਖੋ ਜੀ, ਸਾਡਾ ਤੇ ਮਕਸਦ ਜਿਹੜਾ ਹੈ ਸਿਸਟਮ ਨੂੰ ਸੁਧਾਰਨਾ, ਕਿਉਂਕਿ ਅਸਾਂ ਆਪਣੇ ਪਿੰਡ ਨੂੰ, ਆਪਣੇ ਘਰ ਨੂੰ ਜਾਣਾ, ਠੀਕ ਆ। ਸਾਡਾ ਜੀ ਕਰਦਾ ਕਿ ਜਿਹੜੀ ਵੀ 에ਅਰਲਾਈਨ ਚਾਹੀ, ਇਹ ਨਹੀਂ ਕਿ ਇਕੱਲੀ 에ਅਰ ਇੰਡੀਆ ਹੀ, ਜੇ 에ਅਰ ਕੈਨੇਡਾ ਵਾਲੇ ਵੀ ਸਾਨੂੰ ਸਹੂਲਤ ਸਹੀ ਨਹੀਂ ਦੇਣਗੇ, ਉਹਨਾਂ ਬਾਰੇ ਵੀ ਗੱਲ ਕਰਾਂਗੇ। ਕਿਉਂਕਿ ਸਾਡਾ ਜੀ ਕਰਦਾ, ਹੁਣ ਇੱਕ 에ਅਰਲਾਈਨ ਨਵੀਂ ਸ਼ੁਰੂ ਹੋਈ ਹੈ ਜਿਹੜੀ ਕਿ ਵੀਰਵਾਰ ਦੇ ਵੀਰਵਾਰ ਚੱਲਦੀ ਸਿੱਧੀ ਜਾਂਦੀ, ਸਾਡੇ ਅੰਮ੍ਰਿਤਸਰ ਹੀ ਆ। ਸੋ ਅਸੀਂ ਉਹਦਾ ਐਕਸਪੀਰੀਅੰਸ ਹਜੇ ਕੀਤਾ ਨਹੀਂ, ਕਰਨਾ ਚਾਹੁੰਦੇ ਹਾਂ ਅਸੀਂ ਵੀ, ਕਿਉਂਕਿ ਸਾਡਾ ਜੀ ਕਰਦਾ ਕਿ ਅਸੀਂ ਵੱਖ-ਵੱਖ 에ਅਰਲਾਈਨਾਂ ਜਾਈਏ, ਵੱਖ-ਵੱਖ ਐਕਸਪੀਰੀਅੰਸ ਵੇਖੀਏ, ਲੋਕਾਂ ਨੂੰ ਦਸੀਏ ਕਿ ਤੁਸੀਂ ਇਹ 'ਚ ਜਾਓ ਜਾਂ ਨਾ ਜਾਓ। ਅਸੀਂ ਕਿਹੜਾ ਕਿਸੇ ਕੋਲ ਐਡ ਮੰਗਦੇ ਹਾਂ, ਸਾਨੂੰ ਤਾਂ ਆਪਣਾ ਹੀ ਆ ਵੀ ਅਸੀਂ ਜਾਈਏ ਆਪਣੇ ਪਿੰਡ, ਆਪਣੇ ਘਰ ਜਾਈਏ ਤੇ ਸਾਨੂੰ ਵਧੀਆ ਸੇਵਾਵਾਂ ਮਿਲਣ। ਸਾਡਾ ਫਰਜ਼ ਸਿਰਫ ਇਹੋ ਹੀ ਆ, ਇਹਦੀ ਸਿਸਟਮ ਨੂੰ ਸੁਧਾਰ ਕਰਨਾ, ਇਹਦੇ ਵਿੱਚ ਕਿਸੇ ਤਰ੍ਹਾਂ ਵੀ ਹੋਵੇ। ਸੋ ਬਹੁਤ ਬਹੁਤ ਧੰਨਵਾਦ ਕਮਲਜੀਤ ਜੀ ਤੁਹਾਡਾ। ਇੱਕ ਵਾਰੀ ਫਿਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਦਰਸ਼ਕੋ ਤੁਹਾਡਾ ਵੀ ਬਹੁਤ ਧੰਨਵਾਦ, ਤੇ ਜ਼ਰੂਰ ਇਸ ਆਵਾਜ਼ ਨੂੰ ਉੱਤੇ ਤੱਕ ਪਹੁੰਚਾਇਓ। ਜਿਹੜੇ ਕੋਈ ਪੱਤਰਕਾਰ ਸਾਹਿਬਾਨ ਇਹਦੇ ਤੇ ਆਰਟੀਕਲ ਲਿਖ ਸਕਦੇ ਨੇ, ਅਖਬਾਰਾਂ ਦੇ ਵਿੱਚ ਚਰਚਾ ਕਰ ਸਕਦੇ ਨੇ, ਜਾਂ ਵੈਬਸਾਈਟ ਤੇ ਬਲੌਗਸ ਲਿਖ ਸਕਦੇ ਨੇ, ਜਾਂ ਇਸ ਪ੍ਰੋਗਰਾਮ ਨੂੰ ਤੁਸੀਂ ਵੱਖੋ-ਵੱਖ ਤਰੀਕੇ ਨਾਲ ਸ਼ੇਅਰ ਕਰ ਸਕਦੇ ਹੋ, ਤਾਂ ਜ਼ਰੂਰ ਕਰਿਓ। ਤੇ ਆਪਣੇ ਸੁਝਾਅ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖਿਓ, ਤਾਂ ਜੋ ਆਵਾਜ਼ ਜ਼ਰੂਰ ਅਸੀਂ ਬੁਲੰਦ ਕਰੀਏ। ਇਹਦੇ ਬਾਰੇ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਹੋਰ ਚਾਹੀਦੀ ਹੋਵੇ ਤਾਂ ਸਾਡੇ ਹੇਠ ਦਿੱਤੇ ਨੰਬਰਾਂ ਤੇ ਸਾਨੂੰ ਸੰਪਰਕ ਕਰ ਸਕਦੇ ਦੋਵਾਂ ਨੂੰ। ਅਸੀਂ 24 ਘੰਟੇ ਹਾਜ਼ਰ ਹਾਂ ਤੁਹਾਡੇ ਲਈ। ਜਦੋਂ ਫੋਨ ਕਰੋਗੇ ਤੁਹਾਨੂੰ ਅਸੀਂ ਕੋਈ ਨਾ ਕੋਈ ਇਹਦੇ ਬਾਰੇ ਦੱਸਾਂਗੇ ਵੀ ਸਾਡੇ ਨਾਲ ਕੀ ਹੋਇਆ। ਜੇ ਕੋਈ ਜਰਨਲਿਸਟ ਜਿਹੜਾ ਉਹ ਲਿਖਣਾ ਚਾਹੁੰਦਾ ਕੁਛ ਇਹਦੇ ਬਾਰੇ, ਜਾਂ ਕੋਈ ਹੋਰ ਟੀਵੀ ਚੈਨਲ ਦਾ ਮਾਲਕ ਜਿਹੜਾ ਇਹਦੇ ਬਾਰੇ ਗੱਲ ਕਰਨੀ ਚਾਹੁੰਦਾ, ਤਾਂ ਅਸੀਂ ਦੋਵੇਂ ਹਰ ਵੇਲੇ ਹਾਜ਼ਰ ਹਾਂ ਜੀ। ਜੇ ਬਾਈ ਚਾਂਸ ਫੋਨ ਕਈ ਵਾਰੀ ਨਹੀਂ ਚੱਕਿਆ ਜਾਂਦਾ, ਸਟੂਡੀਓ 'ਚ ਹੁੰਦਾ ਬੰਦਾ, ਤਾਂ ਜ਼ਰੂਰ ਮੈਸੇਜ ਜ਼ਰੂਰ ਇੱਕ WhatsApp ਤੇ ਜਾਂ ਸਿੰਪਲ ਮੈਸੇਜ ਛੱਡ ਦਿਓ, ਤੇ ਅਸੀਂ ਤੁਹਾਡੇ ਰੂਬਰੂ ਨਾਲ ਦੀ ਨਾਲ ਹੋਣ ਦੀ ਕੋਸ਼ਿਸ਼ ਕਰਾਂਗੇ, ਜਿੰਨੀ ਜਾਣਕਾਰੀ ਹੋ ਸਕਦੀ ਹੈ ਦਿਆਂਗੇ। ਸੋ ਬਹੁਤ ਬਹੁਤ ਧੰਨਵਾਦ ਜੀ ਮੇਰੇ ਵੱਲੋਂ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਤੇ ਕਮਲਜੀਤ ਜੀ ਵੱਲੋਂ ਵੀ।